अपसियां ਉਹਦੀ नवे नेम की पुस्तक अपसियां की पुस्तक ਉਹਦੀ 4 ਦੀ 3 ਤੋਂ ਲੈ ਕੇ 8 तक पढ़ावे। हाँ जी, 4 अध्याय ਉਹਦੀ 3 ਐਤ ਤੋਂ ਲੈ ਕੇ 8 तक पढ़ावे। आवाज़ ਨੂੰ थोड़ी आवाज़ ਨੂੰ माड़े सही कर लांगे लाइट नहीं। हाँ अच्छा चलो। अपसियां की पुस्तक ਉਹਦੀ 4 ਉਹਦੀ 3 ਤੋਂ ਲੈ ਕੇ ਆਪਾਂ 8 तक पढ़ देंगे भाई जी। हालेलुया। ਅਤੇ ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਣਾ ਕਰਨ ਦਾ ਯਤਨ ਕਰੋ। ਇੱਕੋ ਦੇਹੀ ਅਤੇ ਇੱਕੋ ਆਤਮਾ ਹੈ, ਜਿਵੇਂ ਤੁਸੀਂ ਵੀ ਆਪਣੇ ਸੱਦੇ ਦੀ ਇੱਕੋ ਆਸ ਵਿੱਚ ਸੱਦੇ ਗਏ। ਇੱਕੋ ਪ੍ਰਭੂ, ਇੱਕੋ ਨਿਚਾ, ਇੱਕੋ ਬਪਤਿਸਮਾ ਹੈ। ਇੱਕੋ ਪਰਮੇਸ਼ਵਰ ਅਤੇ ਪਿਤਾ ਸਭਨਾਂ ਦਾ ਹੈ, ਜਿਹੜਾ ਸਭਨਾਂ ਦੇ ਉੱਤੇ, ਸਭਨਾਂ ਦੇ ਵਿੱਚ ਅਤੇ ਸਭਨਾਂ ਦੇ ਅੰਦਰ ਹੈ। ਪਰ ਅਸਾਂ ਵਿੱਚੋਂ ਹਰੇਕ ਉੱਤੇ ਮਸੀਹ ਦੇ ਦਾਨ ਦੇ ਅੰਦਾਜ਼ੇ ਦੇ ਅਨੁਸਾਰ ਕਿਰਪਾ ਕੀਤੀ ਗਈ। ਇਸ ਲਈ ਉਹ ਆਖਦਾ ਹੈ, ਜਾਹੋ ਉਤਾਂ ਨੂੰ ਚੜਿਆ, ਉਹ ਬੰਧਨ ਨੂੰ ਬੰਨ੍ਹ ਦਿਆ ਅਤੇ ਮਨੁੱਖਾਂ ਨੂੰ ਦਾਤ ਦਿੱਤੇ। ਹੁਣ ਇਸ ਗੱਲ ਦਾ ਵੀ ਉਹ ਚੜਿਆ, ਇਸ ਤੋਂ ਬਿਨਾਂ ਹੋਰ ਕੀ ਭਾਵ ਹੈ, ਜੋ ਧਰਤੀ ਦੇ ਹੇਠਲੀਆਂ ਥਾਵਾਂ ਵਿੱਚੋਂ ਉਤਰਿਆ ਵੀ ਸੀ। आमेन। आओ अखा बंद करते हैं। साडे पिता प्रभु यीशु मसीह, असीं सब खुदावन तेरी हजूरी दे विच अज खुदावन तेरे बच्चों ने आराधना की। वो आराधना द्वारा सब आनंदित होए हाँ और सब ने अपने सिरां नूं तेरे अगे झुका लिया है खुदावन, क्योंकि खुदावन तू वो परमेश्वर है जो दिखता नहीं पर हुंदा साडे कोल है, क्योंकि तू जिउंदा है प्रभु। खुदावन तेरे कमां द्वारा असीं तुम देख सकते हाँ, तेरा धन्नवाद करते हैं प्रभु। तू किरपा कर अपने बच्चों नाल अज अपने वचन के द्वारा गलबात कर, ताकि खुदावन जो साडियां कमियां घटियां तू दूर कर। असीं खुदावन हर ਜਦੋਂ भी खुदावन तेरी सभा होंदी है, तेरी आवाज़ सुनन नूं इस स्थान ते इकट्ठे होंदे हाँ। और अज भी प्रभु असीं तेरी आवाज़ सुनन लई इस स्थान के उत्ते इकट्ठे होए हाँ। और खुदावन ये आवाज़ किसी होर दी नहीं, हॉली स्पिरिट तेरी है। और खुदावन जो तेरी आवाज़ नूं तेरे बच्चे सुनते हैं, उन्होंने शलोम मिलता है, शांति मिलती है। तो किरपा कर अपने बच्चों के ना गलबात कर, सब अवगुण दूर कर, ताकत दे, बल दे, कमियां घटियां कमजोरियां नूं खत्म कर दे। और खुदावन अपने बच्चों को फिर तो दोबारा वो बल दे, क्योंकि आपकी तरह तेरे बच्चे फिर उड़ानी मार सकन। तो बड़ा अनुग्रह कर खुदावन यीशु मसीह के नाम च मंगते हैं, आमीन। बैठ जाएंगे सब भाई बहन, प्रभु बरकत देवे। प्रभु यीशु मसीह का बहुत धन्यवाद करते हैं। खुदा बहुत बरकत देवे सब लोग। मैं थोड़ी तुहाडे नाल गलबात करनी चाहुंदा प्रभु के अंगां दे उत्ते आपां गलबात करनी चाहुंदे हैं। अंग और भाई होना ने पिछले समय दे विच मेरे नाल गलबात की। खुदावन कल अज सानू सब नूं लोड़ है हकीकत विच आउण दी, हकीकत विच आउण दी लोड़ है। और खुदा दे वल्लों ही भाई सरबजीत ने भी गीत गाया, गल्लां वाली दा नाल गल्लां नाल गल नहीं बनती, कुछ करके दिखाओ। फिर चलण बारे भी गलबात की। खुदा दा नाम मुबारक होवे। ये सब कुल मिला के सानू इक्को ही गल नूं प्रेरणा करदियां भी साडा जिहड़ा हुण जीवन है वो हकीकत विच
ਹਕੀਕਤ ਵਿੱਚ ਹੋਣਾ ਚਾਹੀਦਾ ਹੈ। ਮਤਲਬ ਕਿ ਆਪਾਂ ਉਹ ਚੀਜ਼ ਕਰੀਏ ਜਿਹੜੀ ਹਕੀਕਤ ਵਿੱਚ ਹੋਵੇ, ਕਿਉਂਕਿ ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਪੜ੍ਹਦੇ ਹਾਂ, ਉਹਨੂੰ ਸੁਣਦੇ ਹਾਂ, ਵਚਨ ਸਾਨੂੰ ਆਨੰਦ ਦਿੰਦਾ ਹੈ, ਮਿੱਠਾ ਲੱਗਦਾ ਹੈ ਔਰ ਖੁਦਾ ਦਾ ਧੰਨਵਾਦ ਹੋਵੇ, ਚੰਗਾ ਲੱਗਦਾ ਹੈ। ਉਹ ਸਾਡੇ ਸਾਰੇ ਕੰਮ ਪਰਮੇਸ਼ਵਰ ਦਾ ਕਲਾਮ ਕਰਦਾ ਹੈ, ਕਿਉਂਕਿ ਆਪਾਂ ਸਭ ਪਰਮੇਸ਼ਵਰ ਦੇ ਵਚਨ ਦੇ ਕੈਦੀ ਹਾਂ। ਅਸੀਂ ਸਭ ਪਰਮੇਸ਼ਵਰ ਦੇ ਵਚਨ ਦੇ ਕੈਦੀ ਹਾਂ। ਹੁਣ ਇੱਕ ਕੈਦੀ ਤੋਂ ਮੈਨੂੰ ਯਾਦ ਆਈ, ਮੈਂ ਇੱਕ ਤਸਵੀਰ ਦੇਖੀ ਪੌਲਸ ਦੀ। ਉਹਨੇ ਕਿਹਾ, ਮੈਂ ਖੁਦਾ ਦੇ ਕਲਾਮ 'ਚ ਲਿਖਿਆ ਮੈਂ ਮਸੀਹ ਦਾ ਕੈਦੀ ਹਾਂ। ਫਿਰ ਮੈਂ ਸੋਚਿਆ ਵੀ ਇਹ ਉਹਨੇ ਲਫ਼ਾਜ਼ ਕਿਉਂ ਬੋਲੇ, ਕਿਉਂਕਿ ਜਦੋਂ ਕਿਸੇ ਬੰਦੇ ਨਾਲ ਕੋਈ ਕੰਮ ਹੁੰਦਾ ਆ, ਉਹ ਫਿਰ ਉਹਦਾ ਵਰਣਨ ਕਰਦਾ ਆ। ਹੁਣ ਜਿੱਦਾਂ ਕੋਈ ਵੀ ਬੰਦਾ ਆ, ਕੋਈ ਵੀ ਬੰਦੇ ਨੇ ਕਿਸੇ ਨੇ ਜਿੱਦਾਂ ਕੋਈ ਆਪਣਾ ਦੁਨੀਆ 'ਚ ਨਾਂ ਕਮਾਇਆ ਹੋਵੇ, ਕਿੱਦਾਂ ਕਿਸੇ ਵੀ ਤਰ੍ਹਾਂ ਵੀ, ਜਿੱਦਾਂ ਪਲੇਅਰ ਹੋਵੇ, ਕੋਈ ਹੋਰ ਹੋਵੇ, ਉਹ ਅੱਗੇ ਆਪਣੇ ਬੱਚੇ ਨੂੰ ਪ੍ਰੇਰਨਾ ਦਿੰਦਾ ਆ ਵੀ ਮੈਂ ਇਸ ਤਰ੍ਹਾਂ ਕਰਕੇ ਉਸ ਚੀਜ਼ ਨੂੰ ਕਮਾਇਆ ਆ, ਨਾਮ ਨੂੰ ਕਮਾਇਆ ਆ। ਕਿਉਂਕਿ ਉਹ ਭਾਈ, ਉਹ ਭੈਣ, ਉਹਨਾਂ ਚੀਜ਼ਾਂ ਦੀ ਉਹ ਪ੍ਰੈਕਟਿਸ ਕੀਤੀ ਉਹਨੇ ਜੀਵਨ ਦੇ ਵਿੱਚ, ਵੀ ਇੱਦਾਂ ਮੈਂ ਉਹ ਖੇਡ ਦੇ ਵਿੱਚ ਉਸ ਨੰਬਰ 1 'ਤੇ ਰਹੀ। ਕੋਈ ਵੀ ਪਹਿਲਵਾਨ ਹੈ, ਕੋਈ ਵੀ ਹੈ, ਹਰ ਇੱਕ ਨੇ ਆਪਣੇ ਜੀਵਨ ਦੇ ਵਿੱਚ ਮਿਹਨਤ ਕਰਕੇ ਉਸ ਪਦਵੀ ਨੂੰ ਹਾਸਲ ਕੀਤਾ ਹੈ। ਉਸ ਪਦਵੀ ਨੂੰ ਹਾਸਲ ਕੀਤਾ, ਮਿਹਨਤ ਕਰਕੇ ਕੀਤਾ ਹੈ। ਉਹ ਸੱਚਾਈ ਨਾਲ ਉਸ ਪਾਸੇ ਚੱਲਿਆ ਔਰ ਉਸ ਮਿਹਨਤ ਕਰਕੇ ਉਹਨੇ ਉਸ ਚੀਜ਼ ਨੂੰ ਹਾਸਲ ਕੀਤਾ। ਔਰ ਉਹਨਾਂ ਨੇ ਗੱਲਾਂ ਨਾਲ ਕੰਮ ਨਹੀਂ ਕੀਤਾ ਕਦੇ, ਉਹਨਾਂ ਨੇ ਉਸ ਚੀਜ਼ ਨੂੰ ਪ੍ਰੈਕਟੀਕਲ ਦੇ ਵਿੱਚ ਕਰਨਾ ਸ਼ੁਰੂ ਕੀਤਾ। ਜੇ ਅੱਜ ਬੜੇ ਬੜੇ ਲੋਕਾਂ ਦਾ ਦੁਨੀਆ ਦੇ ਨਾਂ ਆ, ਕੋਈ ਵੀ ਬੰਦਾ ਲਾ ਲਓ, ਜਿੱਦਾਂ ਮੈਂ ਪਿਛਲੇ ਸਮੇਂ ਦੇਖਿਆ, ਜਿਹਨੇ ਬਿਜਲੀ ਬਣਾਈ ਸੀਗੀ, ਜਿਹਨੇ ਉਹ ਮਿੱਕੀ ਮਾਊਸ ਬਾਰੇ ਦੱਸਿਆ ਨਾਟਕ ਬਣਾਇਆ, ਉਹਨਾਂ ਦੇ ਜੀਵਨ ਦੇ ਇੱਕ ਸੰਘਰਸ਼ ਹੈ, ਕੁਛ ਕੀਤਾ ਆ। ਅੱਜ ਉਹਨਾਂ ਦਾ ਨਾਂ ਕਿਤਾਬਾਂ ਦੇ ਵਿੱਚ, ਬੁੱਕਸਾਂ ਦੇ ਵਿੱਚ ਆਉਂਦਾ ਹੈ। ਕਿ ਸਭ ਸਹਿਮਤ ਹੋ ਮੇਰੇ ਨਾਲ? ਹਰ ਇੱਕ ਨੇ ਇੱਕ ਸਟਰਗਲ ਕੀਤਾ ਹੈ ਜੀਵਨ ਦੇ ਵਿੱਚ। ਉਹ ਫਿਰ ਅੱਗੇ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਵੀ ਕਰ ਰਿਹਾ ਸਟਰਗਲ ਕਰਨ ਬਾਰੇ। ਇਹ ਮੈਂ ਸਰੀਰਕ ਗੱਲ ਕਰ ਰਿਹਾ। ਕੀ ਖਿਆਲ ਹੈ ਤੁਹਾਡਾ? ਇੱਦਾਂ ਹੀ ਹੈ, ਸਰੀਰਕ ਗੱਲ ਕਰ ਰਿਹਾ, ਇੱਕ ਸਰੀਰਕ ਨਾਮ ਲੈਣ ਦੇ ਲਈ। ਜੇ ਉਹ ਕਹਿੰਦੇ ਵੀ ਅਸੀਂ ਗੱਲਾਂ ਨਾਲ ਕੰਮ ਕਰਦੇ, ਵੀ ਹੁਣ ਇੱਦਾਂ ਗੱਲਾਂ ਨਾਲ, ਉਹ ਉਸ ਸਥਾਨ ਤੱਕ ਨਹੀਂ ਸੀ ਪਹੁੰਚ ਸਕਦੇ ਕਦੇ। ਉਹਨਾਂ ਨੇ ਜੀਵਨ 'ਚ ਸਟਰਗਲ ਕੀਤਾ, ਉਹਨਾਂ ਨੇ ਜੀਵਨ ਦੇ ਵਿੱਚ ਉਹ ਕੰਮ ਨੂੰ ਸਮਝਿਆ ਵੀ ਇਸ ਕੰਮ ਦੇ ਦੁਆਰਾ ਹੀ ਅਸੀਂ ਉਸ ਸਥਾਨ ਤੱਕ ਪਹੁੰਚ ਸਕਦੇ ਹਾਂ। ਕਿ ਸੱਚਾਈ ਹੈ ਗੱਲ ਦੀ? ਹਰ ਇੱਕ ਨੇ ਇੱਕ ਸਰੀਰਕ ਗੱਲ। ਇਸੇ ਤਰ੍ਹਾਂ ਹੀ ਪੌਲਸ ਵੀ ਇਹ ਗੱਲ ਨੂੰ ਬਿਆਨ ਕਰ ਰਿਹਾ ਹੈ, ਇੱਕ ਆਤਮਿਕ ਗੱਲ ਲਈ। ਅਗਰ ਉਸ ਚੀਜ਼ ਤੇ ਪਹੁੰਚਣਾ ਹੈ ਤੇ ਸਾਨੂੰ ਵੀ ਜੇ ਆਤਮਾ ਦੇ ਉੱਪਰ ਉਠਾਏ ਜਾਣਾ, ਤੇ ਫਿਰ ਸਾਨੂੰ ਵੀ ਇਸੇ ਤਰ੍ਹਾਂ ਨਾਲ ਸਟਰਗਲ ਕਰਨਾ ਪੈਣਾ। ਸਰੀਰ ਨਾਲ ਹੀ ਆਤਮਾ ਦੀ ਗੱਲ ਵੀ ਜੁੜੀ ਹੁੰਦੀ ਹੈ। ਇਸ ਕਰਕੇ ਭਾਈ ਕਹਿੰਦੇ ਗੱਲਾਂ ਨਾਲ ਗੱਲ ਨਹੀਂ ਬਣਨੀ, ਕੁਛ ਕਰਕੇ ਦਿਖਾ। ਆਮੇਨ। ਜਿੱਦਾਂ ਇੱਕ ਸਰੀਰਕ ਉਸ ਨਾਮ ਕਮਾਉਣ ਦੇ ਲਈ ਸਾਨੂੰ ਸਭ ਕੋਈ ਮਿਹਨਤ ਕਰਨੀ ਪੈਂਦੀ ਹੈ, ਉਹ ਬੰਦਿਆਂ ਨੇ ਮਿਹਨਤ ਕੀਤੀ। ਕੋਈ ਵੀ ਚੀਜ਼ ਲਾ ਲਓ, ਤੁਸੀਂ ਬਿਜ਼ਨਸ ਕਰਦੇ ਹੋ, ਕੋਈ ਕੁਛ ਵੀ ਕਰਦੇ ਹੋ, ਉਹ ਲਈ ਤੁਹਾਨੂੰ ਇੱਕ ਮਿਹਨਤ ਕਰਨੀ ਪੈਂਦੀ ਹੈ, ਸਟਰਗਲ ਕਰਨਾ ਪੈਂਦਾ, ਤਾਂ ਕਿ ਤੁਸੀਂ ਉਸ ਅਹੁਦੇ ਨੂੰ ਹਾਸਲ ਕਰ ਸਕੋ। ਇਹ ਨਹੀਂ ਆ ਵੀ ਉਹ ਵੀ ਤਾਂ ਇੱਕ ਮਨੁੱਖੀ ਆ, ਜਿਨ੍ਹਾਂ ਦੇ ਨਾਮ ਹੈ ਦੁਨੀਆ ਦੇ ਵਿੱਚ, ਉਹਨਾਂ ਦੇ ਉਹ ਵੀ ਇੱਕ ਮਨੁੱਖੀ ਆ, ਕੋਈ ਉਹ ਸਵਰਗਦੂਤ ਨਹੀਂ ਆ। ਤੁਹਾਡੇ ਮੇਰੇ ਵਰਗੇ ਇੱਕ ਮਨੁੱਖ ਹਨ, ਲੇਕਿਨ ਉਹਨਾਂ ਨੇ ਆਪਣੇ ਕੰਮ ਨੂੰ ਕੰਮ ਸਮਝਿਆ। ਉਹਨਾਂ ਨੇ ਆਪਣੇ ਕੰਮ ਨੂੰ ਕੰਮ ਸਮਝਿਆ, ਔਰ ਅੱਜ ਉਹਨਾਂ ਦੇ ਦੁਨੀਆ 'ਚ ਨਾਂ ਆ। ਉਹ ਅਗੇ ਉਹ ਕਿਸੇ ਬੰਦੇ ਦਾ ਕਿਤੇ ਨਾਂ ਆ, ਤਾਂ ਉਹਦਾ ਜੀਵਨ ਦਾ ਇੱਕ ਸੰਘਰਸ਼ ਹੈ। ਅਗਰ ਬਾਈਬਲ ਵਿੱਚ ਖੁਦਾ ਦੇ ਸੰਤਾਂ ਦਾ ਨਾਮ ਹੈ, ਤੇ ਉਹਨਾਂ ਦਾ ਵੀ ਸੰਘਰਸ਼ ਹੈ, ਉਹਨਾਂ ਦਾ ਜੀਵਨ ਦਾ ਸੰਘਰਸ਼ ਹੈ। ਤਾਂ ਹੀ ਉਹਨਾਂ ਦਾ ਨਾਮ ਅੱਜ ਤੱਕ ਪੀੜ੍ਹੀਆਂ ਪੜ੍ਹਦੀਆਂ। शायद चले गए, अगली पीढ़ी पढ़ोगी, अगली पीढ़ी पढ़ोगी, पीढ़ी पढ़ती रहोगी। उनका नाम सदा बाइबल इसे तरह ही रहेगा। लेकिन जेडे दुनियावी मनुख हैं वो खत्म हो जाएंगे, लेकिन ये मनुख सदा ही अमरता ही हैं, क्योंकि ये खुदा व यीशु मसीह दे तारे हैं। आमीन। हर काम स्ट्रगल नाल है, संघर्ष नाल है।
चाहे तुम शरीर का लै लो चाहे तुम आत्मा च लै लो। आमीन। मेहनत सब नूं दोनों थां करनी पैनी। हुण देखो भाई हुणी कोई कितों आउंदा है कोई कितों आउंदा है, काहदे लई? कि उत्थे चर्चा नहीं हैं? सब कुछ है, लेकिन उन्होंने एक स्ट्रगल है। कित्थे वो कित्थे पसंद करते संगति करनी? जिथे रोशनी है, जिथे बाइबल च रोशनी निकल रही है, वचन दी जिथे रोशनी है, हालेलुया, जिथे होली स्पिरिट अपने लोगों नाल गलबात करता है। आमीन। खुदा दा वचन है, क्योंकि मसीह जड़ा आ वो वचन है। आमीन। ताड़ियां मारियां, हजिया पाया, घर नूं जाओ, ये खुदा दा कलाम नहीं है। खुदा दा कलाम है एक रोशनी, और जिहड़ा परमेश्वर दा वचन दा भुखा है वो हमेशा उत्थे जांदा है जिथे रोशनी है, जिथे चमक है। हालेलुया। कोई भी एक अग दी, मैं पिछले भी समय दस्या सी, एक पेंटर एक तस्वीर बनाता है, उत्ते तस्वीर के उत्ते अग है, उस तस्वीर के उत्ते बहुत अग है, अग की तस्वीर बनाता है पेंटर। एक पेंटर की गल कर रहे हैं, वो एक तस्वीर बनाता अग के उत्ते अग की। वो अग देखने को बहुत वधिया लगती है, जिन्ने भी लोग आते हैं उस अग को देखते हैं, उस पेंटर की तारीफ करते हैं भी इस पेंटर ने वो तस्वीर को बनाया जिते अग अग दिखती है। वो अग भी इन्नी सुंदर दिखती है भी जो कोई बंदा तस्वीर को देखता है वो सोचता भी वाह भाई बहुत वधिया तस्वीर बनाई है, और हिरदे को वो तस्वीर छूंदी है, लेकिन छूंदी है, लेकिन वो जी तस्वीर है वो तुहाडा मेरा कोई फायदा नहीं कर सकती। क्यों नहीं फायदा कर सकती? क्योंकि उस अग दे विच सेक नहीं है, उस तस्वीर दे विच सेक नहीं है। तैनू वो अग चाहिए जिहड़ी हकीकत विच होवे, जिहड़ा सेक ना तुसीं उछलो। हालेलुया। वो पेंटर वाली तस्वीर काम नहीं करेगी, लेकिन देखने लई सोहनी है, वधिया है, मन नूं भाउंदी है, लेकिन तस्वीर जिहड़ी असली अग चाहिए है, जिहड़ी अपने बच्चों को की कर सके, फिर तो बहाल करे, खड़ी करे, ये अग चाहिए है। आमीन। ये तस्वीर वाली अग सोहनी लग सकती है देखने को, असी घर च लिया के ला सकते हाँ, लेकिन ये काम नहीं करनी। अगर तुहानू सेक चाहिए है तो फिर उत्थे जाना चाहिए है जिथे अग होवे, हकीकत विच होवे। आमीन। उत्थे अग काम करती, क्योंकि तुसीं जाके उस अग दे कोल जाके सेक सकते हो, लेकिन इन्हें कोई सेक नहीं देना, ये तो एक तस्वीर है। हालेलुया। तस्वीर कभी सेक नहीं देती, लेकिन हकीकत वाली अग ही सेक दी, क्योंकि अगे मौसम हो देखते हैं सेक ला रहा है, अग दा ला रहा है। आमीन। खुदा का नाम मुबारक होवे। इस तरह ही हकीकत विच खुदा दे लोकां नूं हुण आउणा पैना है। हकीकत विच वो चीज़ां जो खुदा दे कलाम ने से हकीकत विच आउणा पैना, जो खुदा दा कलाम कह रहा है। प्रभु का नाम मुबारक होवे। हकीकत विच किदां, किस तरह आप हकीकत विच उस चीज़ां नूं होद विच लियाउणा है, सारिया चीज़ां, क्योंकि जो बंदा होद विच उस चीज़ लै आउंदा है, उहदा एक अपने जीवन दे विच एक प्रैक्टिकल हुंदा है, एक तजर्बा बनता है। तो जो तजर्बा बनता है उन्होंने पता लगता भी मैं ये काम किया है, मैं कभी सेक वाल देख अग फोटो वाल देख के नहीं चलिया, मैं हकीकत उस अग नूं महसूस किया है, उस अग नूं मैं देखा है हकीकत विच। आमीन। इस करके मैं तुहानूं दस्सिया हकीकत विच जरूरी है चीज़ नूं देखना। तो प्रभु का धन्यवाद हो जिहड़े लोग इस हकीकत में चीज़ नूं देखते हैं, वो हमेशा आनंद विच रहिंदे हन, शांति विच रहिंदे हन, क्योंकि उन्हें पता है असली असी असली सेक नूं देखिया है, असली सेक ले आए हथ, साडे हत्थां ने असली सेक नूं देखिया है। हालेलुया।
क्योंकि तुसी जे वो सेक दे कोल अग सेकी है तुहानू पता है भी वो अग की है। आमीन। क्योंकि तुसी उस चीज़ को चख के देखा है। आमीन। प्रभु का नाम मुबारक होवे। किन्ने लोगों ने उस चीज़ को चख के देखा है। आमीन। हालेलुया। सारे बात खड़े क्योंकि ये सामने उस चीज़ को चखिया है। ग्लोरी। प्रभु का नाम मुबारक होवे। महिमा दे योग है खुदावंद यसू मसीह। हालेलुया। धन्यवाद करते हैं। इस करके मैं तुहानू दस्सिया हर एक चीज़ परमेश्वर की ਜਿਹੜੇ ਉਹਦੇ ਲੋਕ ਹਨ ਇੱਕ ਉਹਦੇ अंग ਹਨ। ਉਹਦਾ ਇੱਕ अंग है। अंग के अंग ਜਿਹੜਾ ਆ ਉਸੇ अंग ਨਾਲ ਜੁੜਦਾ ਆ ਜਿਸ अंग ਦਾ ਉਹ ਹਿੱਸਾ ਹੋਵੇ। प्रभु का नाम मुबारक होवे। खुदा का नाम मुबारक। सैल लहू ਵਿੱਚ सैल ਹੁੰਦੇ ਆ। लहू सैल ਹੁੰਦੇ ਆ। और खुदा का धन्यवाद होवे ਜਿਹੜੀ मरियम ਸੀਗੀ ਉਹ ਇੱਕ अंग ਸੀਗੀ। ਜਿਹੜੀ मरियम ਸੀ ਉਹ ਇੱਕ अंग ਸੀਗੀ। कितने लोगों को पता है ਉਹ यीशु मसीह ਦਾ ਇੱਕ अंग ਸੀਗਾ। हालेलुया। लेकिन वो अंग इन्ना प्योर सीगा। धन्यवाद प्रभु यीशु मसीह दा। वो अंग इन्ना प्योर सीगा। वो अंग और अंग नाल जुड़ गया के। हालेलुया। जो वो अंग जुड़िया उन्हें किसी दूसरे अंग की लोड़ नहीं सीगी। दूत आया। दूत ने आके क्या मरियम तू ना डर तू पवित्र आत्मा तो की होएगी। बड़े ध्यान न सुनो। उन्हें कहता लेकिन मरियम जड़ी घबरा गई क्योंकि वह जानती नहीं सी कुआरी सी। और कुआरी के अंदर अद्भुत काम जरा दुनिया मनुखा की सोच तो बाहर जे वो किसी बंदे ना टच होंदी ते वो पापन पापी हो जाना सीगा। लेकिन वो की कीता मसीह ने परमेश्वर ने अपने लहू के द्वारा उस सैल नूं बनाया। वो सैल बना के और गर्भ च रखिया। मरियम का कोई अंडा नहीं सीगा। ते जे अंडा लग जाता उहदे नाल ते फिर यीशु मसीह पापी बनना सीगा। लेकिन खुदावन खुदा है। उन्हें आप ही अंडा तैयार किया। आप ही बीज सीगा। लहू के अंदर सैल होंदा और सैल के अंदर बीज हुंदा। उन्हें आप ही अपने अंडे को तैयार किया। आप ही बीज रखिया और गिरफ्तार किया। हालेलुया। कोई मरियम का हिस्सा नहीं सीगा। यह है लौकिक का काम। यह हकीकत है। आमीन। जे वो किसी जे मरियम का कोई अंडा भी नाल लग जाता तो यीशु मसीह पापी बन जाना सी। मेरे और तुहाडे वर्गा की सच्चाई है इस गल की। हालेलुया। खुदा का नाम मुबारक होवे। मैं अंग की गल कर रहा। अंग किद्दां जुड़दा है देखो। क्योंकि परमेश्वर के वचन च लिखा है जे तुसी कणक बीजदे हो तो कणक ही हुंदी है। जे तुसी झोना बीजदे हो तो फिर झोना ही हुंदा है। जे तुसी मक्की बीजदे हो तो मक्की हुंदी है। हालेलुया। जे तुहाडे विच ओहदा बीज है तो फिर वही बनोगे। हालेलुया। जे मसीह का बीज हो तो फिर मसीह वर्गे ही बनोगे। हालेलुया। खुदा का नाम मुबारक होवे। एक किसी के पास नहीं है। हालेलुया। कोई किसी के पास नहीं है कि मेरे डैडी को पता सीगा मेरे मम्मी को पता सी मैं की बनूंगा। नहीं कोई नहीं सी पता किसी को की बनूंगा तुसी। लेकिन वो जानता है क्योंकि तुसी उहदे बीज सीगे। बीज विचों बीज मांस विचों मांस हड्डियां विचों हड्डी क्योंकि तुसी उहदे अंग सीगे। हालेलुया। जे उहदा कोई अंग है अंग ना अंग की करता है जुड़ जाता है जितना मरियम और ना जुड़ी। हालेलुया। जो खुदावंद नूं सलीब दिता गया उन्हें अपने प्राण छड्डिया। उत्थे की निकले जो विस्फोट होया सैल निकले और सैल टुट गए। जो सैल टुटे वो फुबारा सैलों का जोड़ा सीगा वो लोगों के उत्ते पिया। खून का फुबारा जोड़ा
ਸੀਗਾ ਲੋਕਾਂ ਉੱਤੇ ਪਿਆ। ਹਾਲੇਲੂਇਆ। ਜਦੋਂ ਪਾਣੀ ਦਾ ਫੁਵਾਰਾ ਜਦੋਂ ਪੈਂਦਾ ਸਾਰੇ ਬਾਡੀ ਨੂੰ ਕੀ ਕਰਦਾ, ਗਿੱਲਾ ਕਰਦਾ ਆ। ਇਸੇ ਤਰ੍ਹਾਂ ਹੀ ਮਸੀਹ ਦਾ ਲਹੂ ਦਾ ਫੁਵਾਰਾ ਜਿਹੜਾ ਲੋਕਾਂ ਦੇ ਪਿਆ, ਅੱਜ ਉਹਦੇ ਅੰਗ ਜਿਹੜੇ ਇਸ ਥਾਂ ਦੇ ਉੱਤੇ ਬੈਠੇ ਹੋਏ ਹਨ। ਹਾਲੇਲੂਇਆ। ਪ੍ਰਭੂ ਦਾ ਨਾਮ ਮੁਬਾਰਕ ਹੋਵੇ। ਯਿਸੂ ਮਸੀਹ ਦਾ ਸਰੀਰ ਮੇਰੇ ਔਰ ਤੁਹਾਡੇ ਵਰਗਾ ਨਹੀਂ ਸੀਗਾ, ਉਹ ਪਾਪ ਤੋਂ ਰਹਿਤ ਸੀਗਾ, ਲੇਕਿਨ ਬਣਿਆ ਕਿੱਦਾਂ ਪਤਾ ਨਹੀਂ ਸੀ, ਲੇਕਿਨ ਖੁਦਾ ਦੇ ਨਬੀ ਨੇ ਖੋਲਿਆ। ਪਤਾ ਨਹੀਂ ਸੀ ਕਿਸੇ ਨੂੰ, ਕਿਉਂਕਿ ਜਿਹੜਾ ਔਰਤ ਤੋਂ ਜੰਮਿਆ ਪਾਪੀ ਹੈ। ਫਿਰ ਯਿਸੂ ਮਸੀਹ ਕਿੱਦਾਂ ਹੋ ਗਿਆ ਪਾਪ ਤੋਂ ਰਹਿਤ। ਆਮੀਨ। ਜਦੋਂ ਅਸੀਂ ਉਹਦੀ ਤਸਵੀਰ ਦੇਖਦੇ ਹਾਂ, ਖੁਦਾ ਦਾ ਨਾਮ ਮੁਬਾਰਕ ਹੋਵੇ। ਆਦਮ ਨੇ ਤਾਂ ਆਦਮ ਕਿੱਦਾਂ ਬਣਿਆ? ਫਿਰ ਕਿਸੇ ਭਾਈ ਨੇ ਸਾਡੇ ਨਾਲ ਗੱਲ ਕੀਤੀ, ਅਸੀਂ ਕਿਹਾ ਵੀ ਆਦਮ ਕਿੱਦਾਂ ਬਣਿਆ? ਆਦਮ ਨੂੰ ਬਣਾਉਣ ਵਾਲਾ ਕੌਣ ਹੈ? ਉਹੀ ਪਰਮੇਸ਼ਵਰ ਹੈ। ਹਾਲੇਲੂਇਆ। ਆਦਮ ਕਿਸੇ ਮਾਂ ਦੇ ਗਰਭ ਚੋਂ ਨਹੀਂ ਆਇਆ, ਆਦਮ ਬੋਲਣ ਦੁਆਰਾ ਪੈਦਾ ਹੋਇਆ। ਹਾਲੇਲੂਇਆ। ਇਹ ਹਕੀਕਤ ਹੈ। ਆਮੀਨ। ਗਲੋਰੀ। ਪ੍ਰਭੂ ਦਾ ਨਾਮ ਮੁਬਾਰਕ ਹੋਵੇ। ਖੁਦਾ ਦੇ ਅਦਭੁਤ ਕੰਮਾਂ ਨੂੰ ਜਦੋਂ ਅਸੀਂ ਸਮਝਣ ਲੱਗ ਪਏ, ਉਹਦੇ ਮਹਾਨ ਕੰਮ ਕੀਤੇ ਹਨ, ਤੇ ਪ੍ਰਭੂ ਦਾ ਧੰਨਵਾਦ ਹੋਵੇ। ਮੈਂ ਅੰਗ ਤੇ ਤਾਂ ਗੱਲ ਕਰ ਰਿਹਾ, ਉਹਦੇ ਅੰਗ ਨਾਲ ਅੰਗ ਜੁੜਦਾ ਆ। ਜਿਹੜਾ ਕੋਈ ਅੰਗ ਹੋਵੇ ਉਹਦੇ ਅੰਗ ਨਾਲ ਜੁੜਨਾ ਹੀ ਹੈ। ਹਾਲੇਲੂਇਆ। ਤੁਸੀਂ ਦੂਸਰੇ ਦਾ ਅੰਗ ਕਿਸੇ ਨਾਲ ਜੋੜੋਗੇ ਨਹੀਂ ਜੁੜਨਾ। ਉਹ ਡਾਕਟਰੀ ਤੌਰ ਤੇ ਇੱਕ ਜੋੜ ਦੇਣਗੇ, ਲੇਕਿਨ ਉਹ ਪ੍ਰੋਪਰ ਕੰਮ ਨਹੀਂ ਕਰੂਗਾ। ਜੋ ਮੇਰੇ ਹੱਥ ਨਾਲ ਮੇਰੀ ਉਂਗਲ ਕੰਮ ਕਰ ਰਹੀ ਹੈ ਇਸ ਸਮੇਂ, ਠੀਕ ਹੈ, ਉਹ ਕੰਮ ਜੁੜ ਜੂਗੀ, ਲੇਕਿਨ ਉਹ ਕੰਮ ਨਹੀਂ ਕਰੂਗੀ। ਲੇਕਿਨ ਜੋ ਇਹਦੀਆਂ ਨਸਾਂ ਇਹਨਾਂ ਨਾਲ ਜੁੜੀਆਂ ਆ ਇੱਥੇ। ਹਾਲੇਲੂਇਆ। ਇਸ ਕਰਕੇ ਕਈ ਵਾਰੀ ਕੀ ਹੁੰਦਾ, ਕੋਈ ਅੰਗ ਅਸੀਂ ਇੱਕ ਸਰੀਰਕ ਮਨੁੱਖ ਨਾਲ ਜੋੜ ਦਿੰਦੇ ਆ, ਇੱਕ ਸਰੀਰਕ ਸਮਝ ਨਾਲ ਉਹ ਅੰਗ ਨੂੰ ਜੋੜ ਦਿੰਦੇ ਆ, ਲੇਕਿਨ ਉਹ ਸਹੀ ਕੰਮ ਨਹੀਂ ਕਰੇਗਾ ਫਿਰ, ਕਿਉਂਕਿ ਉਹ ਅੰਗ ਉਹਦਾ ਹੈ ਨਹੀਂ ਆ। ਉਹ ਅੰਗ ਕਿੱਦਾਂ ਕੰਮ ਕਰੂਗਾ? ਪਰ ਜਿੱਦਾਂ ਕੋਈ ਇੱਕ ਕੰਮ ਹੈ, ਅੰਗ ਹੈ, ਉਹ ਜੇ ਉਹਦਾ ਅੰਗ ਹੈ ਉਹਨੇ ਕੰਮ ਕਰਨਾ ਹੀ ਕਰਨਾ ਹੈ। ਇਸ ਕਰਕੇ ਮਸੀਹ ਦੇ ਵਿੱਚ ਜਿਹੜੇ ਭਾਈ ਭੈਣ ਹਨ, ਜਿਹੜੇ ਖੁਦਾ ਦੇ ਬੱਚੇ ਬੱਚੀਆਂ ਹਨ, ਉਹ ਇੱਕ ਅੰਗ ਹਨ। ਉਹ ਹਰ ਇੱਕ ਕੰਮ ਇੱਕ ਅੰਗ ਹੈ। ਜਿੱਦਾਂ ਭਾਈ ਹੁਣੀ ਇੱਕ ਅੰਗ, ਰਾਧਕ ਇੱਕ ਅੰਗ ਹੈ, ਭਾਈ ਵਿਸ਼ਵਾਸੀ ਇੱਕ ਅੰਗ ਹੈ ਖੁਦਾ ਦੇ, ਭਾਈ ਰਾਜਵੀਰ ਇੱਕ ਅੰਗ ਹੈ, ਭਾਈ ਸੁਖੀ ਭੈਣਾ ਸਭ ਉਹਦੇ ਖੁਦਾ ਦੀਆਂ ਅੰਗ ਹਨ। ਜੇ ਕੋਈ ਇੱਕ ਬੰਦਾ ਕਵੇ ਮੇਰਾ ਗੂਠੇ ਨਾਲ ਕੰਮ ਕਰਾਂਗਾ, ਨਹੀਂ ਕਰਨਾ। ਜਦੋਂ ਸਾਰੇ ਅੰਗ ਕੰਮ ਕਰਦੇ ਹਨ, ਇੱਕ ਹੱਥ ਬਣਦਾ ਆ, ਇੱਕ ਸਰੀਰ ਬਣਦਾ ਆ। ਹਾਲੇਲੂਇਆ। ਇੱਕ ਸਿਰ ਹੈ। ਹਾਲੇਲੂਇਆ। ਖੁਦਾ ਦਾ ਉਹ ਸਿਰ ਹੈ, ਮਹਾਨ ਪਰਮੇਸ਼ਵਰ। ਆਪਾਂ ਦੇਹ ਹਾਂ ਉਹਦੀ ਸਾਰੇ ਜਣੇ। ਉਹ ਦੇਹ ਦੇ ਵਿੱਚ ਕਈ ਅੰਗ ਹੁੰਦੇ ਆ, ਇੱਕ ਅੰਗ ਨਹੀਂ ਹੁੰਦਾ ਕਦੀ ਵੀ। ਇੱਕ ਅੰਗ ਨਾਲ ਕਦੀ ਦੇਹ ਨਹੀਂ ਬਣਦੀ, ਦੇਹ ਅੰਗਾਂ ਨਾਲ ਬਣਦੀ ਆ। ਅੱਖਾਂ ਨਾਲ, ਹੱਥ ਨਾਲ, ਦੰਦਾਂ ਨਾਲ, ਸਰੀਰ ਨਾਲ, ਬਾਹਾਂ ਨਾਲ, ਸਾਰੇ ਮੋਢਿਆਂ ਨਾਲ, ਪਿੱਠ ਨਾਲ, ਹਰ ਇੱਕ ਚੀਜ਼ ਨਾਲ ਇੱਕ ਦੇਹ ਤਿਆਰ ਹੁੰਦੀ ਆ। ਹਾਲੇਲੂਇਆ। ਕਈ ਲੋਕ ਕਹਿੰਦੇ ਨਹੀਂ ਨਹੀਂ ਨਹੀਂ, ਉਹ ਭਾਈ ਚੰਗਾ ਆ, ਉਹ ਚੰਗੀ ਨਹੀਂ, ਉਹ ਭੈਣ ਨਹੀਂ ਚੰਗੀ, ਉਹ ਭਾਈ ਨਹੀਂ ਚੰਗਾ। ਉਹ ਭਾਈ ਨਹੀਂ ਚੰਗਾ, ਉਹ ਭੈਣ ਨਹੀਂ ਚੰਗੀ, ਉਹ ਚੰਗਾ ਨਹੀਂ, ਉਹ ਚੰਗੀ ਨਹੀਂ, ਉਹ ਇਦਾਂ ਨਹੀਂ ਆ। ਉਹ ਭਾਈ ਚੰਗੇ ਨਹੀਂ ਹੈਗੇ, ਉਹ ਇਦਾਂ ਆ। ਇਹ ਅੰਗਾਂ ਦੇ ਇਹ ਅੰਗ ਨਹੀਂ ਹਨ। ਹਾਲੇਲੂਇਆ। ਖੁਦਾ ਦਾ ਨਾਮ ਮੁਬਾਰਕ ਹੋਵੇ। ਜਦ ਅਸੀਂ ਉਹਨੇ ਪਾਏ ਸੀ, ਖੁਦਾ ਦੇ ਕਲਾਮ ਚੋਂ ਪੜਿਆ, ਇੱਕੋ ਹੀ ਪ੍ਰਭੂ, ਇੱਕੋ ਹੀ ਆਤਮਾ, ਇੱਕੋ ਹੀ ਬਪਤਿਸਮਾ। ਹਾਲੇਲੂਇਆ। ਇੱਕੋ ਹੀ ਆ ਬਪਤਿਸਮਾ। और ये नहीं क्या द्वार बपतिस्मा, इक्को ही बपतिस्मा। लेकिन बपतिस्मा केड़ा जेड़ा बाइबल च दिता गया है, जेड़ा सही बपतिस्मा है, जेड़े बारे पौलुस बयान कर रहा है। क्यों बपतिस्मा कहता जो इंसान इक्को ही आत्मा थले हुंदा वो एक देह बनता जाता है, एक अंग अंग नाल अंग जुड़दा, एक देह तैयार हुंदी है। और जो पूरी प्रॉपर तो देह तैयार हुंदी है तो हॉली स्पिरिट जरा आएगा उस देह नाल जुड़ेगा, उन्होंने नाल ले जाएगा, जो सिर उतरेगा। एक एक अंग। आमीन। खुदा दी जिहड़ी ओहदी बेटियां हन वो भी परमेश्वर दे अंग है, जिहड़े ओहदे खुदा दे बेटे हन वो भी एक अंग है।
ਹਾਲੇਲੂਇਆ। ਬੇਟੇ ਦੇ ਵਿੱਚ ਇਹ ਨਹੀਂ, ਬੇਟੀਆਂ 'ਚ ਇਹ ਨਹੀਂ ਕੋਈ ਸਿਆਣੇ ਸਰੀਰ ਦੇ ਹਨ ਜਾਂ ਕੋਈ ਛੋਟੀ ਉਮਰ ਦੇ ਹਨ ਜਾਂ ਜੰਗਮੈਨ ਹਨ, ਸਭ ਉਹਦੇ ਧੀਆਂ ਪੁੱਤਰ ਹਨ। ਹਾਲੇਲੂਇਆ। ਖੁਦਾ ਨੇ ਤੁਹਾਨੂੰ ਧੀਆਂ ਪੁੱਤਰ ਹੋਣ ਦਾ ਹੱਕ ਬਖਸ਼ਿਆ ਹੈ ਜਦੋਂ ਤੁਸੀਂ ਉਹਦੀ ਦੇਹ ਦੇ ਵਿੱਚ, ਸਾਰੇ ਦੇਹ ਦੇ ਵਿੱਚ ਇਕੱਠੇ ਹੋ ਜਾਂਦੇ ਹਾਂ। ਆਮੇਨ। ਹੁਣ ਕਈ ਵਾਰੀ ਕਈ ਸਵਾਲ ਹੁੰਦੇ, ਕਈਆਂ ਕਿੱਦਾਂ ਹੈ ਨਾ, ਖੁਦਾ ਨੇ ਹਰ ਇੱਕ ਅੰਗ ਨੂੰ ਆਪਣੇ ਇਸਤੇਮਾਲ ਕੰਮ ਲਈ ਇਸਤੇਮਾਲ ਕੀਤਾ, ਹਰ ਇੱਕ ਅੰਗ ਨੂੰ। ਹੁਣ ਗੂਠਾ ਜਿਹੜਾ ਆ ਉਹ ਆਪਣਾ ਕੰਮ ਕਰਦਾ ਆ, ਦੰਦ ਆਪਣੇ ਕੰਮ ਕਰਦੇ ਆ, ਬੁੱਲ ਆਪਣਾ ਕੰਮ ਕਰਦਾ ਹੈ, ਹਰ ਇੱਕ ਅੰਗ ਆਪਣਾ ਕੰਮ ਕਰਦਾ ਹੈ। ਲੇਕਿਨ ਸਵਾਲ ਇਹ ਪੈਂਦਾ, ਅੰਗ ਕੀ ਹਨ ਜਿਹੜੇ ਇੱਕੋ ਹੀ ਆਤਮਾ ਦੇ ਵਿੱਚ ਬਣੇ ਜਾਂਦੇ ਹਨ? ਕਿਉਂਕਿ ਮਸੀਹ ਦੀ ਇੱਕ ਤਸਵੀਰ ਬਣਾਈ ਜਾਂਦੀ ਹੈ। ਜਦੋਂ ਮਸੀਹ ਦੀ ਇੱਕ ਤਸਵੀਰ ਬਣਦੀ ਹੈ, ਫਿਰ ਮਸੀਹ ਦੇ ਅੰਗ ਜਿਹੜੇ ਸਾਰੇ ਕੰਮ ਇੱਕੋ ਜਿਹੇ ਹੋਣੇ ਚਾਹੀਦੇ ਹਨ, ਕੰਮ ਕਰਦੇ। ਮਸੀਹ ਦੇ ਅੰਗ ਜਿਹੜੇ ਉਹ ਕੰਮ ਕਰਦੇ ਫਿਰ। ਹਾਲੇਲੂਇਆ। ਉਹ ਜਦੋਂ ਕੰਮ ਕਰਦੇ ਫਿਰ ਇੱਕੋ ਦੇਹ ਬਣਦੀ ਹੈ। ਮੇਰਾ ਕਹਿਣ ਦਾ ਮਤਲਬ ਕੰਮ ਕੋਈ ਵੀ ਹੋਵੇ, ਲੇਕਿਨ ਹੋਵੇ ਮਸੀਹ ਦਾ, ਉਹੀ ਆਤਮਾ ਦੇ ਅਧੀਨ ਹੋ ਕੇ ਕੰਮ ਹੋਵੇ, ਉਸੇ ਹੀ ਆਤਮਾ ਦੇ ਅਧੀਨ ਹੋ ਕੇ ਕੰਮ ਹੋਵੇ। ਕਿਹੜੀ ਆਤਮਾ ਦੇ? ਜਿਹੜੀ ਉਤਪਤੀ ਸੀ, ਹੋਲੀ ਸਪਿਰਿਟ ਜਿਹੜਾ ਨਾਂ ਆ, ਪਵਿੱਤਰ ਆਤਮਾ ਜਿਹਨੂੰ ਕਹਿੰਦੇ ਆ, ਜਿਹੜਾ ਅਸੀਂ ਉਹਦੇ ਅਧੀਨ ਹੋ ਕੇ ਕੰਮ ਕਰਦੇ ਆ। ਇੱਕੋ ਹੀ ਕੰਮ ਕਰਦੇ ਆ, ਇੱਕੋ ਹੀ ਆਤਮਾ ਹੈ, ਇੱਕੋ ਹੀ ਬਪਤਿਸਮਾ ਹੈ। ਹੁਣ ਕਈ ਵਾਰੀ ਕਹਿੰਦੇ 3 ਬਪਤਿਸਮੇ, ਪਿਤਾ ਪੁੱਤਰ ਪਵਿੱਤਰ ਆਤਮਾ ਦੇ। ਯਿਸੂ ਮਸੀਹ ਨੇ ਉਹਨੂੰ ਕਿਹਾ ਨਾ, ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਇੱਕ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਸਮਝਾਉਣੀ ਚਾਹੁੰਦਾ। ਪ੍ਰਭੂ ਨੇ ਬੋਲਿਆ, ਕਿਹਨੂੰ ਬੋਲਿਆ? ਚੇਲਿਆਂ ਨੂੰ। ਚੇਲਿਆਂ ਨੂੰ ਬੋਲਿਆ, ਲੇਕਿਨ ਮੈਂ ਉਹਨੇ ਬੋਲ ਦਿੱਤਾ। ਹੁਣ ਇੱਕ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਸੰਦੇਸ਼ ਵਾਂਗ ਸਮਝਾਇਆ। ਮੈਂ ਕਿਹਾ ਵੀ ਪਾਣੀ ਦੇ, ਕਿਸੇ ਨੂੰ ਕਿਹਾ ਪਾਣੀ ਦੇ, ਪਾਣੀ ਦਾ ਗਲਾਸ ਦੇ, ਪਾਣੀ ਦਾ ਗਲਾਸ ਦੇ। ਉਹਨੇ ਅੱਗੇ ਕਹਿ ਤਾ ਪਾਣੀ ਦਾ ਗਲਾਸ ਦੇ, ਉਹਨੇ ਅੱਗੇ ਕਹਿ ਤਾ ਪਾਣੀ ਦਾ ਗਲਾਸ ਦੇ, ਉਹਨੇ ਅੱਗੇ ਕਹਿ ਤਾ ਪਾਣੀ ਦਾ ਗਲਾਸ ਦੇ, ਅੱਗੇ ਦੇ ਅੱਗੇ ਪਾਣੀ ਦਾ ਗਲਾਸ ਚੱਲਦਾ ਰਿਹਾ। ਹੁਣ ਦਿੱਤਾ ਕਿੰਨੇ ਗਲਾਸ? ਪਾਣੀ ਦਾ ਗਲਾਸ ਨਹੀਂ, ਪਾਣੀ ਦਾ ਗਲਾਸ ਨਹੀਂ। ਅੱਗੇ ਦੇ ਦਿੱਤਾ ਪਾਣੀ ਦਾ ਗਲਾਸ ਦੇ ਦਿੱਤਾ, ਅੱਗੇ ਦੇ ਪਾਣੀ ਦਾ ਗਲਾਸ ਦੇ ਦਿੱਤਾ, ਲੇਕਿਨ ਉਹ ਗਲਾਸ ਪਾਣੀ ਦਾ ਦਿੱਤਾ ਕਿੰਨੇ? ਉਹ ਬਾਈਬਲ ਤੇ ਦੇਖਣਾ ਪੈਣਾ, ਪਾਣੀ ਦਾ ਗਲਾਸ ਦਿੱਤਾ ਕਿੰਨੇ? ਹਾਲੇਲੂਇਆ। ਪ੍ਰਭੂ ਨੇ ਕਹਿ ਦਿੱਤਾ, ਲੇਕਿਨ ਦਿੱਤਾ ਕਿੰਨੇ? ਕਿੰਨੇ ਲੋਕ ਸਮਝ ਰਹੇ? ਉਹ ਪਾਣੀ ਦਾ ਗਲਾਸ ਦਿੱਤਾ ਕਿੰਨੇ? ਪ੍ਰਭੂ ਨੇ ਕਹਿ ਦਿੱਤਾ, ਲੇਕਿਨ ਦਿੱਤਾ ਤਾਂ ਕਿਸੇ ਨੇ ਨਹੀਂ। ਹਾਲੇਲੂਇਆ। ਹੁਣ ਉਹ ਦੇਣ ਵਾਲੇ ਲੱਭਣਾ ਪੈਣਾ, ਲੇਕਿਨ ਜਿਹੜਾ ਦੇਣ ਵਾਲਾ ਸੀਗਾ ਉਹਨੇ ਆ ਕੇ ਯਿਸੂ ਮਸੀਹ ਦੇ ਨਾਮ 'ਚ ਬਪਤਿਸਮਾ ਦਿੱਤਾ। ਹਾਲੇਲੂਇਆ। ਉਹਨੇ ਸਹੀ ਕੀਤਾ। ਉਹ ਕੋ ਰੈਵਲੇਸ਼ਨ ਸੀ, ਉਹ ਕੋ ਜੋਤੀ ਸੀਗੀ, ਉਹ ਕੋ ਪ੍ਰਕਾਸ਼ਨ ਸੀਗਾ। ਹਾਲੇਲੂਇਆ। ਉਹ ਬੰਦਾ ਕਦੀ ਖੁਦਾ ਦੇ ਹੁਕਮ ਤੋਂ ਬਿਨਾਂ ਕੋਈ ਕੰਮ ਨਹੀਂ ਕਰ ਸਕਦਾ ਸੀਗਾ। ਹਲੇ ਉੱਪਰੋਂ ਆਰਡਰ ਆਇਆ, ਹੋਲੀ ਸਪਿਰਿਟ ਦਾ ਆਰਡਰ ਆਇਆ, ਉਹਨੂੰ ਕਿਸੇ ਮਨੁੱਖ ਦਾ ਆਰਡਰ ਨਹੀਂ ਆਇਆ, ਉੱਪਰੋਂ ਆਇਆ, ਉਹਦੇ ਅੰਦਰ ਆ ਗਿਆ। ਉਹਨੇ ਕਿਹਾ ਜਿਹਨੂੰ ਤੁਸੀਂ ਸਰੀਰ ਦਿੱਤਾ ਉਹਨੂੰ ਹੀ ਪ੍ਰਭੂ ਤੇ ਮਸੀਹ ਬਣਾਇਆ। ਹਾਲੇਲੂਇਆ। ਹੋਲੀ ਸਪਿਰਿਟ ਕਰਾਉਂਦਾ ਹੈ। ਆਮੇਨ। ਜੇ ਉਹਦਾ ਨਾਮ ਹੁੰਦਾ ਉਹ ਬਾਈਬਲ ਚੋਂ ਕੱਟਿਆ ਜਾਣਾ ਸੀਗਾ, ਲੇਕਿਨ ਖੁਦਾ ਦਾ ਨਾਮ ਮੁਬਾਰਕ ਹੋਵੇ। ਗਲਾਸ ਦਿੰਦੇ ਰਹੇ, ਗਲਾਸ ਪਾਣੀ ਦਾ ਗਲਾਸ ਨਹੀਂ, ਪਲਾਣੀ ਗਲਾਸ ਨਹੀਂ, ਚੱਲਦਾ ਰਿਹਾ। ਹਾਲੇਲੂਇਆ। ਲੇਕਿਨ ਪ੍ਰਭੂ ਦਾ ਧੰਨਵਾਦ ਹੋਵੇ, ਅਸੀਂ ਦੇਖਣਾ ਵੀ ਦਿੱਤਾ ਗਲਾਸ ਕਿੰਨੇ? ਸਾਰੇ ਕਈ ਨੇ ਦਿੱਤਾ, ਸਾਰੇ ਜਿਹੜੇ ਕਹੀ ਜਾਂਦੇ ਪਾਣੀ ਦਾ ਗਲਾਸ ਦਿੱਤਾ, ਪਾਣੀ ਦਾ ਗਲਾਸ, ਪਾਣੀ ਗਲਾਸ ਫੜਾਈ, ਪਾਣੀ ਗਲਾਸ ਲਈ। ਹਲੇ ਪਰ ਲੈ ਕੇ ਆਉਣ ਵਾਲੇ ਹਸਤਮ ਖੁਦਾ ਦਾ ਨਾਮ ਮੁਬਾਰਕ। ਉਹਨੇ ਆ ਕੇ ਇਹ ਕੰਮ ਕੀਤਾ। ਖੁਦਾ ਦਾ ਨਾਮ ਮੁਬਾਰਕ ਹੋਵੇ। ਹੁਣ ਜਦੋਂ ਅਸੀਂ ਇਹਦਾ ਜੁੜਦੇ ਜਾਂਦੇ ਆ ਤੇ ਖੁਦਾ ਦਾ ਧੰਨਵਾਦ ਹੋਵੇ, ਇੱਕ ਉਹਦੀ ਦੇਹ ਤਿਆਰ ਹੋ ਰਹੇ ਆ, ਉਹਦੀ ਦੇਹ ਦਾ ਹਿੱਸਾ ਬਣ ਰਹੇ ਹਾਂ। ਹੁਣ ਦੇਹ ਦੇ ਹਿੱਸੇ ਦੇ ਵਿੱਚ ਕਈ ਤਰ੍ਹਾਂ ਦੇ ਕੰਮ ਹਨ। ਪੈਰਾਂ ਦਾ ਕੰਮ ਆਪਣਾ ਹੈ। ਬੜੇ ਧਿਆਨ ਨਾਲ ਸੁਣਨਾ। ਉਹ ਪ੍ਰਭੂ ਨੇ ਕਿਹਾ ਏਕਤਾ ਦੀ ਲੋੜ ਹੈ, ਲੇਕਿਨ ਜਦੋਂ ਦੇਹ ਪੂਰੀ ਤਿਆਰ ਹੁੰਦੀ ਆ, ਇੱਕ ਦੂਜੇ ਦੀ ਏਕਤਾ ਨਾਲ ਜੁੜੀ ਹੁੰਦੀ ਹੈ। ਸਰੀਰ ਜਿਹੜਾ ਆ ਸਾਡੇ ਇੱਕ ਇੱਕ ਅੰਗ ਨਾਲ ਜੁੜਿਆ ਹੈ।
ਸਰੀਰ ਤਾਂ ਬਣਦਾ ਜਦੋਂ ਅਸੀਂ ਇੱਕ ਇੱਕ ਅੰਗ ਨੂੰ ਇਦਾਂ ਜੁੜਦਾ ਆ, ਉਦਾਂ ਦਾ ਸਰੀਰ ਨਹੀਂ ਬਣਦਾ। ਖੁਦਾ ਦਾ ਨਾਮ ਮੁਬਾਰਕ ਹੋਵੇ। ਹਰ ਪੈਰ ਦਾ ਆਪਣਾ ਕੰਮ ਹੈ, ਗੋਡੇ ਦਾ ਆਪਣਾ ਕੰਮ ਹੈ, ਜਿੱਦਾਂ ਮੈਂ ਦੱਸ ਰਿਹਾ ਹਰ ਇੱਕ ਦਾ ਆਪਣਾ ਕੰਮ ਹੈ। ਕਿਸੇ ਦਾ ਚੀਜੀ ਦਾ ਵੀ ਆਪਣਾ ਕੰਮ ਹੈ। ਚੀਜੀ ਤੋਂ ਬਿਨਾ ਹੱਥ ਨਹੀਂ ਹੈ। ਚੀਜੀ ਦਾ ਵੀ ਚੀਜੀ ਵੀ ਕੰਮ ਕਰਦੀ ਹੈ। ਜੇ ਅਸੀਂ ਛੋਟੀਆਂ ਸਭ ਤੋਂ ਛੋਟਾ ਅੰਗ ਸਾਡੀ ਚੀਜੀ ਹੈ ਤੇ ਚੀਜੀ ਕੋਲ ਵੀ ਖੁਦਾ ਕੰਮ ਕਰਾਉਂਦਾ ਹੈ। ਖੁਦਾ ਇਸ ਗੂਠੇ ਤੋਂ ਵੀ ਕੰਮ ਕਰਾਉਂਦਾ ਆ, ਇਸ ਉਂਗਲ ਤੋਂ ਵੀ ਕੰਮ ਕਰਾਉਂਦਾ ਆ। ਹਾਲੇਲੂਇਆ। ਇਸੇ ਤਰ੍ਹਾਂ ਪੌਲਸ ਨੇ ਹੋਰ ਵੀ ਇੱਕ ਉਦਾਹਰਨ ਦਿੱਤੀ, ਬੜੇ ਧਿਆਨ ਨਾਲ ਸੁਣਿਓ। ਰੋਮੀਓ ਦੀ ਪੁਸਤਕ ਚ ਪੜਾਂਗੇ ਭਾਈ ਜੀ, ਰੋਮੀਓ ਦੀ ਪੁਸਤਕ 3:12, ਰੋਮੀਓ ਦੀ ਪੁਸਤਕ 12। ਇਹ ਸਭ ਖੁਦਾ ਦੇ ਅੰਗ ਹਨ। ਹੁਣ ਮੈਂ ਦੱਸ ਰਿਹਾ ਅੰਗਾਂ ਕੋ ਕੰਮ ਕਿੱਦਾਂ ਕਰਾਉਂਦਾ। ਉਹਦੀ 3, ਹਾਂਜੀ ਹਾਲੇਲੂਇਆ। मैं तो उस कृपा तो जेड़ी मेरे दान हुई। हाँ, कृपा तो ध्यान ना सुनो मेरे सब भाई बहन, कृपा दे द्वारा तेनू ये दान हुई चीज, कृपा द्वारा तेनू ये चीज दान बख्शी, दान दिती गई। हाँ जी पढ़ो। ਤੁਹਾਡੇ ਵਿੱਚੋਂ ਹਰੇਕ ਵਾਗਦਾ ਹਾਂ ਭਈ ਉਹ ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲ ਵੱਧ ਨਾ ਸਮਝੇ। ਜਿੰਨਾ ਖੁਦਾ ਨੇ ਉਹਨੂੰ ਦਿੱਤਾ ਹੈ ਉਹਨਾਂ ਕਦੀ ਵੱਧ ਨਾ ਸਮਝੇ, ਕਿਉਂਕਿ ਉਹ ਚੀਜ਼ ਉਹਨੂੰ ਦਾਨ ਚ ਦਿੱਤੀ ਗਈ ਹੈ ਕਿਰਪਾ ਦੁਆਰਾ। ਆਮੇਨ। ਹਾਂਜੀ ਪੜੋ। ਸਗੋਂ ਸੁਰਤ ਨਾਲ ਸਮਝੇ ਜੇਕਰ ਪਰਮੇਸ਼ਰ ਨੇ ਮਿਲ ਕੇ ਹਰੇਕ ਨੂੰ ਨੇਚਾ ਬਣ ਦਿੱਤੀ ਹੈ। ਮਿਲ ਕੇ ਹਰ ਇੱਕ ਨੂੰ ਨੇਚਾ ਵੰਡੀ ਆ। ਕਿਸੇ ਨੂੰ ਘੱਟ ਹੈ, ਕਿਸੇ ਨੂੰ ਜ਼ਿਆਦਾ, ਕਿਸੇ ਨੂੰ ਜ਼ਿਆਦਾ, ਕਿਸੇ ਨੂੰ ਜ਼ਿਆਦਾ ਆ। ਹਾਲੇਲੂਇਆ। ਇਹ ਦਾਨ ਦਿੱਤਾ ਨਿਸ਼ਚਾ ਦਾ ਕਿਰਪਾ ਦੁਆਰਾ ਵੰਡ ਕੇ। ਹਾਲੇਲੂਇਆ। ਹਾਂਜੀ ਅੱਗੇ ਪੜੋ। ਜਿਵੇਂ ਇੱਕ ਸਰੀਰ ਵਿੱਚ ਢੇਰ ਸਾਰੇ ਅੰਗ ਹਨ। ਦੇਖੋ ਕੀ ਕਹਿ ਰਿਹਾ ਹੈ, ਜਿਹੜੀ ਗੱਲ ਮੈਂ ਕਹੀ, ਸਰੀਰ ਵਿੱਚ ਕਹਿੰਦਾ ਢੇਰ ਸਾਰੇ ਅੰਗ ਹਨ। ਪੌਲਸ ਕਹਿ ਰਿਹਾ ਬਹੁਤ ਸਾਰੇ ਅੰਗ ਹਨ। ਹਾਲੇਲੂਇਆ। ਜੇ ਕੋਈ ਕਹੇ ਵੀ ਭਾਈ ਜੀ ਸਹੀ ਹੈ ਬਾਕੀ ਸਹੀ ਨਹੀਂ ਹੈ, ਇਹ ਲੋਕਾਂ ਦੀ ਗੱਲ ਹੈ, ਉਹ ਲੱਭਣਗੇ ਨਹੀਂ, ਕਿਉਂਕਿ ਇਹ ਵੀ ਖੁਦਾ ਦੇ ਅੰਗ ਹਨ। ਇਹ ਪਰਮੇਸ਼ਰ ਦੇ ਬੇਟੀਆਂ ਬੇਟੇ ਹਨ। ਹਾਲੇਲੂਇਆ। ਕੋਈ ਅੰਗ ਨੂੰ ਕੋਈ ਮਾਰਾ ਨਹੀਂ ਕਹਿ ਸਕਦਾ। ਜੇ ਮੰਨ ਲਓ ਕਿ ਕਿਸੇ ਉਂਗਲ ਦੇ ਉੱਤੇ ਜਾਂ ਕਿਸੇ ਬਾਂਹ ਦੇ ਉੱਤੇ ਫਿੰਸੀ ਹੋ ਹੀ ਗਈ ਹੈ ਤੇ ਕੋਈ ਗੱਲ ਨਹੀਂ ਹੈ। ਪ੍ਰਭੂ ਦਾ ਧੰਨਵਾਦ ਹੋਵੇ। ਅਸੀਂ ਉਹਨੂੰ ਕੀ ਕਰਾਂਗੇ, ਉਹਨੂੰ ਕੀ ਕਰਾਂਗੇ, ਮਲਮ ਪੱਟੀ ਕਰਾਂਗੇ ਜਾਂ ਦਵਾਈ ਦੇਵਾਂਗੇ, ਉਹ ਫਿੰਸੀ ਠੀਕ ਹੋ ਜਾਏਗੀ। ਜੇ ਕੋਈ ਗਲਤੀ ਕਰਦਾ ਹੈ ਤਾਂ ਖੁਦਾ ਦਾ ਨਾਮ ਮੁਬਾਰਕ ਹੋਵੇ। ਭਾਈ ਬਹਿਨ ਕਾਹਦੇ ਵਾਸਤੇ ਹੁੰਦੇ? ਉਹਦੀ ਗਲਤੀ ਨੂੰ ਸੁਧਾਰਨ ਲਈ। ਪੁਰਪੜ ਕਾਹਦੇ ਵਾਸਤੇ? ਸੁਧਾਰ ਦੇ ਲਈ ਹੁੰਦਾ। ਉਹ ਫੋੜਾ ਹਟ ਜਾਏਗਾ, ਉਹ ਫਿੰਸੀ ਹਟ ਜਾਏਗੀ। ਹਾਲੇਲੂਇਆ। ਖੁਦਾ ਦਾ ਨਾਮ ਮੁਬਾਰਕ ਹੋਵੇ। ਲੇਕਿਨ ਹੈ ਤਾਂ ਅੰਗ ਹੈ। ਹੈਗਾ ਨਾ ਖੁਦਾ ਦਾ ਅੰਗ ਹੈ। ਉਹ ਮੇਰਾ ਥੋੜੀ ਅੰਗ ਹੈ, ਖੁਦਾ ਦਾ ਅੰਗ ਹੈ। ਕਿੰਨੇ ਲੋਕ ਸਮਝ ਰਹੇ ਹਨ? ਇੱਕ ਦੂਜੇ ਨਾਲ ਜੁੜ ਰਹੇ ਆ। ਹਾਲੇਲੂਇਆ। ਦੇਹ ਤਿਆਰ ਹੋ ਰਹੀ ਆ। ਆਮੇਨ। ਪ੍ਰਭੂ ਦਾ ਨਾਮ ਮੁਬਾਰਕ ਹੋਵੇ। ਇਸ ਕਰਕੇ ਪੌਲਸ ਨੇ ਬਾਈਬਲ ਨੂੰ ਪ੍ਰਕਾਸ਼ ਦੁਆਰਾ ਸਮਝਾਇਆ। ਅੰਗ ਕਿਦੋਂ ਹੁੰਦੇ ਹਨ? ਜਦੋਂ ਪੂਰੀ ਬੋਡੀ ਜਿਹੜੀ ਹੈ ਇੱਕ ਆਤਮਾ ਥੱਲੇ ਹੁੰਦੀ ਹੈ, ਇੱਕ ਦੇਹ ਤਿਆਰ ਹੁੰਦੀ ਹੈ। ਹਾਲੇਲੂਇਆ। ਖੁਦਾ ਦਾ ਨਾਮ ਮੁਬਾਰਕ ਹੋਵੇ। ਹਾਂਜੀ ਅੱਗੇ ਪੜੋ। ਪਰ ਸਾਰੇ ਅੰਗਾਂ ਦਾ ਇੱਕੋ ਹੀ ਕੰਮ ਨਹੀਂ। ਤਿਵੇਂ ਅਸੀਂ ਜੋ ਢੇਰ ਸਾਰੇ ਅੰਗ ਸੀ ਵਿੱਚ ਮਿਲ ਕੇ ਇੱਕ ਸਰੀਰ ਹਾਂ। ਆਪਾਂ ਸਾਰੇ ਜਣੇ ਮਿਲ ਕੇ ਇੱਕ ਪਰਮੇਸ਼ਰ ਦੀ ਦੇਹ ਬਣਦੇ ਹਾਂ, ਜਿਹਦੇ ਬਾਰੇ ਮੈਂ ਵਰਣਨ ਕੀਤਾ ਹੈ। ਹਾਂਜੀ। ਔਰ ਇੱਕ ਕਰਕੇ ਇੱਕ ਦੂਏ ਦੇ ਅੰਗ ਹਾਂ। ਇੱਕ ਇੱਕ ਕਰਕੇ ਇੱਕ ਦੂਜੇ ਦੇ ਅਸੀਂ ਅੰਗ ਹਾਂ। ਹਾਂਜੀ। ਸੋ ਸਾਨੂੰ ਉਸ ਕਿਰਪਾ ਦੇ ਅਨੁਸਾਰ ਜੋ ਸਾਨੂੰ ਦਾਨ ਹੋਈ, ਵੇਖੋ ਵੱਖੋ ਵੱਖਰੀਆਂ ਦਾਤਾਂ ਮਿਲੀਆਂ। ਹਾਂ। ਫਿਰ ਜੋ ਨਬੂਵਤ ਹੋਵੇ ਤਾਂ ਆਪਣੀ ਨੇਚਰ ਦੇ ਸਮਾਨ ਨਬੂਵਤ ਕਰੇ। ਆਪਣੀ ਨੇਚਰ ਦੇ ਸਮਾਨ ਨਬੂਵਤ ਕਰੇ। ਜੇ ਉਪਦੇਸ਼ਕ ਹੋਵੇ ਤਾਂ ਉਪਦੇਸ਼ ਕਰਨ ਵਿੱਚ, ਜੇ ਦਾਨ ਦੇਣ ਵਾਲਾ ਹੋਵੇ ਤੇ ਖੁੱਲੇ ਦਿਲ ਨਾਲ ਦਾਨ ਦੇਵੇ।
जे कोई तकदीर करने वाला होवे तकदीर करे। प्रेम जड़ी आ कहता प्रेम निष्कपटा होवे, प्रेम तुहाडा निष्कपट होवे, लालची ना होवे। जे तुसी किसी दा आदर करो निष्कपट होवे, प्रेम तुहाडा निष्कपट होना चाहिए। तुहाडी जो तुसी प्रभु की सेवा करो निष्कपट होवे। इसी तरह उन्हें वर्णन किया पूरी तरह ना। हाँ जी अगे पढ़ो भाई। जे सेवा होवे तां अपनी सेवा विच रहिए, जे सेवा हो अपनी सेवा विच रहे। जे सिखाउण वाला होवे तां सिखाउण दे काम विच। हाँ जे सिखाउण वाला होवे सिखाउण दे काम च रहे। जे दया करने वाला हो दया दे काम च हो रहे। भलाई करने वाला भलाई दे। खुदा ने इसे तरह हर एक नूं वंड के दिता होया। हालेलुया। सब इको जिहा नहीं दिंदा। एक ना दे नहीं तैयार हुंदी, एक चीज ना कदी भी। हालेलुया। खुदावन ने सब नूं एक वंड के हर एक दान दिता होया है। हालेलुया। खुदा दा नाम मुबारक होवे। लेकिन प्रार्थना जिहड़ी है वो सब करन। जो तुसी थल्ले आके पढ़ांगे समय नूं देखदे होए वो कहंदे प्रार्थना जिहड़ी है जो तुसी पढ़दे हो 17 विच आस विच आनंद अते विपदा विच धीरज करो और प्रार्थना लगातार करते रहो। प्रार्थना जिहड़ी सारी कलीसिया हर एक बंदा प्रार्थना करनी चाहिए उन्होंने एक दूजे दे नहीं। खुदा दा नाम मुबारक होवे। क्योंकि जे कोई कमजोर है वो तगड़ा हो सके। प्रभु का नाम मुबारक होवे। जो मैं समझाना चाहना समझ गए कि ने आमीन। कोई अंग माड़ा नहीं है। खुदा ने कोई अंग माड़ा नहीं है। वो कहता सारे अंग जिहड़ी देह दे हन वो एक शरीर च देह बनती है और परमेश्वर उस देह नूं पसंद करता है। जो असी किसी अंग नूं कटते हैं, मान लो कोई भी अंग नूं कटते हैं, कट्टिया कदों जाता है जो उन्होंने कैंसर हुंदा है, जो अंग सुकदा है, वो अंग की क्रिया जिहड़ी है लहू की क्रिया उस अंग च काम नहीं करती। एक कैंसर बनता है और कैंसर बनने तो पहला डॉक्टर कहता भी जो तुम डॉक्टर को जाने हो वो कहता भी तेरे हाथ में कैंसर हो गया है, मैं कुछ नहीं कर सकता, मैं हुण इहनूं कटना, मैनू कटना पैना है क्योंकि दूसरे अंगां नूं वो खराब ना करे। कट्टण का भी कोई समा है, ढंग है। हालेलुया। अंग कट्टण का भी कोई तरीका है। एवं नहीं अंग करता डॉक्टर। डॉक्टर एवं अंग नहीं कटता। कितने लोग समझ रहे हो? अंग उदों कटता है जो कैंसर नूं बनावे जां कोई इहो जी भयंकर बीमारी लैके आवे जिहड़ी अग्गों शरीर च फैले, फिर अंग कट्टिया जाता है। डॉक्टर एवं अंग नहीं कटता कभी भी। हालेलुया। फिर तुसी ठीक हो तो अंग कर दिता, इदा नहीं कभी हुंदा। कैंसर तो बिना या कोई होर भयंकर बीमारी तो बिना वो अंग नहीं कट्टिया जाता। हालेलुया। प्रभु दा नाम मुबारक होवे। अंग उदों कट्टिया जाता है जो कैंसर नूं पैदा करे या कोई होर इहो जी भयंकर बीमारी होवे, फिर खुद डॉक्टर जिहड़ा आ उस अंग नूं कटदा आ। हालेलुया। प्रभु दा नाम मुबारक होवे। जो असी खुदा दा धन्नवाद जो असी एक यूहन्ना दी इंजील विच देखते हाँ, कहता जिहड़ी टाणी फल नहीं देंदी, जिहड़ी टाणी फल नहीं देंदी उन्होंने मैं कट दिंदा है। टाणी दो तरह कट्टी जाती है। जिहड़ी टाणी फल देंदी है कहता उन्होंने मैं छांगदा है। छांगदा समझदे हो? छांगण का मतलब हुंदा है डांटदा है ताकि ये होर फल लेके आवे। हालेलुया। लेकिन वो जुड़ी अंग दे नाल ही होई है, उस देह दे नाल ही जुड़ी हुई है। आमीन। नाल ही जुड़ी हुई है। लेकिन कहना जिन्हों मैं कटना है, जिहड़ी सुकदी है उन्होंने मैं कट दिंदा है। आमीन। कित्थे जांदी हो? अग दे विच। क्योंकि बाइबल साहब पढ़ते हैं तां कर वो अग दे विच जांदी है और वो एक दिन भस्म हो जाती है। खुदा दा नाम मुबारक होवे।
इसे तरह परमेश्वर ने हर एक नूं एक दान दिता होया, किसी नूं नबूवत करन दा, किसी नूं कादर उपदेश करन दा, किसी नूं माइकल हो चंगाई करन दा, किसी नूं है ना खुदा दा एक देह तैयार करता खुदा। एक बंदे नूं देह नहीं तैयार हुंदी, सब चाहिए उन्होंने राजक भी चाहिए हैं, और उपासक भी चाहिए हैं, और प्रचारक भी चाहिए हैं, और रसूल भी चाहिए हैं, और नबी भी चाहिए हैं। हालेलुया। और हर एक चाहिए है, और दान देने वाले भी चाहिए हैं, और हर एक चाहिए है, और प्रार्थना करने वाले लोग भी चाहिए हैं। खुदावंद नूं सारे चाहिए हैं, क्योंकि असीं सारे ओहदे अंग हां। एक बंदे नाल अंग नहीं बनता। आमीन। जिहड़ा कहंदा कल्ला ही आ वो शैतान है। आमीन। जिहड़ा कहंदा सारे देह हन वो खुदा दा बीज है, वो खुदा दा एक प्यारा पुत्र है और प्यारी धी है। हालेलुया। खुदा दा नाम सब नूं वंड के दिता गया है। आमीन। हर बंदा कोई किसी की रीस नहीं कर सकता। जे कोई कहे भी कोई मेरी रीस कर सकता, मेरी रीस नहीं कोई कर सकता, और मैं किसी की रीस नहीं कर सकता। मैं सरबजीत की रीस नहीं करता, सरबजीत मेरी रीस नहीं कर सकता। कोई भैन मेरी रीस नहीं, मैं उसकी रीस नहीं कर सकता। हालेलुया। क्योंकि खुदा ने जो मैंने दिता मैं करना है, जो तुहानू दिता तुसी करना है। तुहाडी सीट अपनी है, मेरी सीट अपनी है। हालेलुया। हर किसी खुदा ने वंड के दिता होया। आमीन। हालेलुया। प्रभु का नाम मुबारक होवे। जो बाइबल की सच्चाई वही है। आमीन। खुदा तुहानू बरकत दे सब नूं। हालेलुया। ये सब एक तरह के अंग हैं। धन्यवाद। जिहड़ा ओहदा नहीं है उन्हें वो देह च जुड़ना नहीं है, उन्हें वो देह च जुड़ना नहीं है, क्योंकि ओहदा है नहीं, ओहदा है नहीं, उन्हें जुड़ना नहीं है। क्योंकि ये सब कुछ जो मैं गल कर रहा आत्मा दी गल्लां हन। ये एक आत्मा दी गल्लां हन। अगर वही आत्मा थले साडे दोनों के विचार, साडे 10 जणियां दे विचार, साडे 15 जणियां दे विचार होणगे, फिर एक देह है। क्योंकि बाइबल च लिखा है, खुदा के कलाम च लिखा है, दोने एक राह ते कदी नहीं चल सकते जे दोनों का आपसी विच इको जिहा मेल ना होवे। वो दोनों का अलग अलग रास्ता होएगा। हालेलुया। क्यों? क्योंकि पौलुस ने क्या है, शरीर आत्मा के विरुद्ध है और आत्मा शरीर के विरुद्ध है। और जो गल्लां मैं कह रहा है ये सब आत्मा है। हालेलुया। खुदा का नाम मुबारक होवे। वो कभी भी अंग नाल नहीं जुड़ेगा अंग। हालेलुया। क्योंकि मरियम जड़ी है वो मसीह दा अंग सीगी। उन्हें अपने अंग दे विच अपना भी सुट्टिया, वो गर्भवती होई। आज जिन्ने लोग जो पुरपर दा भी सुट्टिया जा रहे हैं, जड़े ओहदे अंग होणगे वो गर्भवती हो जाणगे। हालेलुया। खुदा का नाम मुबारक होवे। ये प्रकाश है बाइबल ने छुपया होया, रेवलेशन है। मैं तो तुसी कदी नहीं बच सकते सीगे जे मसीह ना होगा। हालेलुया। खुदा का नाम मुबारक होवे। आमीन। तुसी सब अंग हो। आमीन। खुदा का धन्यवाद होवे, क्योंकि खुदा प्योर पवित्र चीज चाहिए सी, और मसीह तो बिना कोई पवित्र नहीं है। एक मसीह है जरा पवित्र होया। दुनिया में बहुत सारे आए चले गए, लेकिन मेरा खुदा यीशु मसीह आज भी जिंदा है। हालेलुया। वो साडे विच मौजूद है, साडे नजदीक रहता है, साडे अंदर है। हालेलुया। सब तुहाडी रक्षा करता है, क्योंकि तुसी ओहदे अंग हो। हालेलुया। और हर एक अंग का उन्हें ख्याल रखना पैदा है। हालेलुया। प्रभु का नाम मुबारक होवे, क्योंकि तुसी सारे आपां सारे हो गए एक अंग हो। हालेलुया। अंग जुड़ता है किदा? आमीन। क्योंकि जे प्रभु का अंग है तो उन्हें जुड़ना है, उन्हें नहीं जुड़ना है। कोई किसी को रोक नहीं सकता उसे जुड़न तो, क्योंकि वह तुर तो बन के आया है। वो भैन तुर तो बनी है।
ਉਹ ਇਸ ਜਗਤ ਦੀ ਨੀਂਹ ਰੱਖਣ ਤੋਂ ਪਹਿਲਾਂ ਉਹਦੇ ਵਿਚਾਰਾਂ 'ਚ ਪਾਏ ਗਏ ਹਨ। ਤੁਸੀਂ ਉਹਦੇ ਵਿਚਾਰਾਂ 'ਚ ਇਸ ਜਗਤ ਦੀ ਨੀਂਹ ਰੱਖਣ ਤੋਂ ਪਹਿਲਾਂ ਪਾਏ ਗਏ ਹੋ। ਇਹ ਤੁਸੀਂ ਉਹਦੇ ਅੰਗ ਹੋ। ਹਾਲੇਲੂਇਆ, ਖੁਦਾ ਦਾ ਨਾਮ ਮੁਬਾਰਕ ਹੋਵੇ। ਪ੍ਰਭੂ ਦਾ ਧੰਨਵਾਦ, ਤੁਸੀਂ ਉਹਦੇ ਅੰਗ ਹੋ। ਸਮਝ ਆ ਰਹੀ ਮੇਰੀ ਗੱਲ ਦੀ? ਇਹ ਹੁਣ ਨਹੀਂ ਆ, ਇਹ ਤਾਂ ਸਿਰਫ ਅਸੀਂ ਮਾਂ-ਬਾਪ ਦੇ ਦੁਆਰਾ ਇਸ ਧਰਤੀ ਤੇ ਜਨਮ ਲਿਆ ਆ, ਲੇਕਿਨ ਅਸਲੀ ਅੰਗ ਅਸੀਂ ਉਹਦੇ ਹਾਂ। ਅਸਲੀ ਅੰਗ ਉਹਦੇ ਹਾਂ। ਹਾਲੇਲੂਇਆ। ਤੇ ਕੀ ਕਰੇਗਾ ਫਿਰ? ਉਹ ਅੱਗੇ ਨੂੰ ਜੋੜੇਗਾ ਨਹੀਂ, ਆਪਣੇ ਨੂੰ ਜੋੜੇਗਾ, ਕਿਉਂਕਿ ਉਹਦੇ ਅੰਗ ਹੈ। ਹਾਲੇਲੂਇਆ। ਕਿਸੇ ਮਨੁੱਖ ਦੇ ਅੰਗ ਨਹੀਂ ਹੈ, ਯਿਸੂ ਮਸੀਹ ਦੇ ਅੰਗ ਹੈ। ਹਾਲੇਲੂਇਆ। ਇਹ ਜੋ ਸਰੀਰ ਮਿੱਟੀ ਤੋਂ ਮਾਂ-ਬਾਪ ਤੋਂ ਤੁਖਮ ਤੋਂ ਸਾਨੂੰ ਮਿਲਦਾ ਹੈ, ਇੱਕ ਦਿਨ ਮਿੱਟੀ 'ਚ ਚਲੇ ਜਾਂਦੇ ਹਨ, ਲੇਕਿਨ ਅਸਲੀ ਅੰਗ ਉਹਦੇ ਕੋਲ ਚਲੇ ਜਾਂਦਾ ਹੈ। ਹਾਲੇਲੂਇਆ। ਤੁਹਾਡਾ ਸੰਤਾਂ ਦਾ ਜਿਹੜਾ ਪ੍ਰਾਣ ਹੈ ਉਹ 6ਵੀਂ ਡਿਮੈਂਸ਼ਨ 'ਚ ਚਲੇ ਜਾਂਦਾ ਆ। ਹਾਲੇਲੂਇਆ। ਉਹਨੇ ਕਿਹਾ ਜਿੱਥੋਂ ਆਤਮਾ ਆਇਆ ਉੱਥੇ ਹੀ ਜਾਏਗਾ। ਆਮੀਨ। ਖੁਦਾ ਦਾ ਨਾਮ ਮੁਬਾਰਕ ਹੋਵੇ। ਜਿੱਥੇ ਦਾ ਕੋਈ ਹੈਗਾ ਉਹਨੇ ਉੱਥੇ ਹੀ ਜਾਣਾ ਹੈ। ਧੰਨਵਾਦ ਪ੍ਰਭੂ ਦਾ, ਖੁਦਾ ਦਾ ਧੰਨਵਾਦ ਹੋਵੇ। ਅੰਗ ਜੁੜਦਾ ਹੈ। ਆਮੀਨ। ਜਦੋਂ ਹਮ ਇੱਕ ਹੋਰ ਮੈਂ ਤੁਹਾਨੂੰ ਇੱਕ ਦੱਸਣ ਲੱਗਾ, ਧਿਆਨ ਨਾਲ ਸੁਣੋ। ਜਦੋਂ ਜ਼ਕਰੀਆ ਤੇ ਐਲਿਸਬਤ ਬਜ਼ੁਰਗ ਸੀਗੇ, ਦੋਨੇ ਵੱਡੀ ਉਮਰ ਦੇ ਸੀ, ਖੁਦਾਵੰਦ ਨੇ ਉਹਨਾਂ ਨੂੰ ਬਰਕਤ ਦਿੱਤੀ। ਵੱਡੀ ਉਮਰ ਦੇ ਵਿੱਚ ਉਹ ਗਰਭਵਤੀ ਹੋਈ। ਯੂਹੰਨਾ ਦੀ ਮਾਂ, ਬਪਤਿਸਮਾ ਦੇਣ ਵਾਲਾ ਯੂਹੰਨਾ, ਖੁਦਾ ਦਾ ਧੰਨਵਾਦ ਹੋਵੇ। ਖੁਦਾ ਨੇ ਉਹਨਾਂ ਨੂੰ ਬਰਕਤ ਦਿੱਤੀ। ਜਦੋਂ ਯਿਸੂ ਮਸੀਹ ਦਾ ਜਨਮ ਹੋਇਆ, ਇੱਕ ਅੰਨਾ ਨਾਮ ਦਾ ਅੰਨਾ ਨਾਮ ਦਾ, ਅੰਨਾ ਨਹੀਂ, ਉਹ ਆਨਾ ਨਾਮ, ਜਿਹੜਾ ਏਲੀਆ ਸੀ। ਲੂਕਾ ਦੀ ਪੁਸਤਕ, ਪੂਰਾ ਨਾਮ ਬੜਾ ਜਿਹਾ ਭੁੱਲ ਗਿਆ, ਲੂਕਾ 2। ਮੈਂ ਥੋੜੀ ਗੱਲ ਵੱਖਰੀ ਚਾਹੁੰਦਾ ਹਾਂ, ਅੰਗ ਕਿੱਦਾਂ ਜੁੜਦੇ ਹਨ। ਸ਼ਮੌਨ, ਅੰਨਾ ਇੱਕ ਔਰਤ ਸੀਗੀ ਅੰਨਾ, ਲੇਕਿਨ ਸ਼ਮੌਨ ਜਦੋਂ ਮਸੀਹ ਦਾ ਜਨਮ ਹੋਇਆ, 8ਵੇਂ ਦਿਨ ਇੱਕ ਰੀਤੀ ਦੇ ਅਨੁਸਾਰ ਉਹਨੇ ਖਤਨਾ ਕਰਨ ਲਈ ਲੈ ਕੇ ਜਾਣਾ ਸੀ। ਲੇਕਿਨ ਖੁਦਾ ਦਾ ਧੰਨਵਾਦ ਹੋਵੇ, ਪਰਮੇਸ਼ਵਰ ਨੇ ਇੱਕ ਲਪੇਟਿਆ ਹੋਇਆ ਉਪਹਾਰ ਦੁਨੀਆ ਨੂੰ ਬਖਸ਼ਿਆ। ਕਿਹੜੇ 'ਚ ਲਪੇਟਿਆ ਗਿਆ ਸੀਗਾ? ਉਹ ਜਿਹੜਾ ਆਪਣਾ ਬਲਦਾਂ ਦੇ ਉੱਤੇ ਜਿਹੜਾ ਕੱਪੜਾ ਪਾਇਆ ਜਾਂਦਾ ਹੈ, ਉਹਦੇ ਵਿੱਚ ਲਪੇਟਿਆ ਹੋਇਆ ਸੀ। ਕੌਣ? ਸਰਜਨਹਾਰਾ। ਕੋਈ ਕੱਪੜਾ ਨਹੀਂ ਸੀ ਉਦੋਂ ਮਿਲਿਆ ਉਹਨੂੰ, ਲੇਕਿਨ ਉਹਨੂੰ ਉਹ ਕੱਪੜਾ ਮਿਲਿਆ, ਉਹਨੂੰ ਉਹਦੇ 'ਚ ਲਪੇਟਿਆ ਗਿਆ। ਪਰਮੇਸ਼ਵਰ ਦਾ ਉਪਹਾਰ ਦੁਨੀਆ ਨੂੰ ਦਿੱਤਾ ਗਿਆ, ਉਸ ਕੱਪੜੇ 'ਚ ਲਪੇਟਿਆ ਹੋਇਆ। ਲੇਕਿਨ ਪ੍ਰਭੂ ਦਾ ਧੰਨਵਾਦ ਹੋਵੇ, ਪਹਿਚਾਨ ਕੌਣ ਸਕੇ? ਕੋਈ ਨਹੀਂ, ਬਹੁਤ ਘੱਟ ਲੋਕ ਪਹਿਚਾਨ ਸਕੇ। ਹਾਲੇਲੂਇਆ। ਅੰਗ ਕਿੱਦਾਂ ਜੁੜਦੇ ਹੁਣ ਦੇਖੋ। ਉਹਨੂੰ ਜਦੋਂ ਸਥਾਨ ਦੇ ਉੱਤੇ ਲੈ ਕੇ ਗਏ, ਜਾਜਕ ਉੱਥੇ ਯਸ਼ਾਇਆ ਦੀ ਪੁਸਤਕ ਪੜ੍ਹ ਰਹੇ ਸੀਗੇ। ਇੱਕ ਵਾਰੀ ਗਰਭਵਤੀ ਹੋਏਗੀ, ਪੁੱਤਰ ਜਨੇਗੀ, ਉਹਦਾ ਨਾਮ ਇਮਾਨੁਅਲ ਰੱਖਣਾ। ਬੜੇ ਧਿਆਨ ਨਾਲ ਸੁਣੋ ਸਭ ਜਣੇ, ਪ੍ਰਭੂ ਬਰਕਤ ਦਊਗਾ। ਉਹ ਸਭ ਜਣੇ ਲੈਣ 'ਚ ਲੱਗੇ, ਜਿਨ੍ਹਾਂ ਦੇ ਬੱਚੇ ਪੁੱਤਰ ਹੋਏ ਸੀਗੇ। ਕੋਈ ਲੇਲਾ ਲੈ ਕੇ ਜਾ ਰਿਹਾ ਸੀਗਾ, ਕੋਈ ਕੁਛ ਲੈ ਕੇ ਜਾ ਰਿਹਾ ਸੀਗਾ, ਵਧੀਆ ਵਧੀਆ ਚੀਜ਼ਾਂ ਲੈ ਕੇ ਜਾ ਰਹੇ ਸੀਗੇ। ਲੇਕਿਨ ਮਰੀਅਮ ਦੀ ਕੁੱਖ ਦੇ ਉਹਦੇ ਵਿੱਚ ਲਪੇਟਿਆ ਹੋਇਆ ਸੀਗਾ ਉਪਹਾਰ, ਜਿਹੜਾ ਦੁਨੀਆ ਨੂੰ ਚਾਨਣ ਦੇਣ ਲਈ ਆ ਰਿਹਾ ਸੀਗਾ। ਹਾਲੇਲੂਇਆ। ਲੇਕਿਨ ਲਪੇਟਿਆ ਕਿਹਦੇ 'ਚ ਹੋਇਆ ਸੀਗਾ? ਇੱਕ ਪੁਰਾਣੇ ਉਹ ਕੱਪੜੇ ਦੇ ਵਿੱਚ, ਜਿਹੜਾ ਬਲਦਾਂ ਦੇ ਉੱਤੇ ਦਿੱਤਾ ਜਾਂਦਾ ਆ। ਹਾਲੇਲੂਇਆ। ਇੱਕ ਦੁਨੀਆ ਦਾ ਸਿਰਜਣਹਾਰਾ, ਹਾਲੇਲੂਇਆ, ਦੁਨੀਆ ਦਾ ਸਿਰਜਣਹਾਰਾ ਲਪੇਟਿਆ ਕਿਹਦੇ 'ਚ ਹੋਇਆ ਹੈ? ਇੱਕ ਉਸ ਕੱਪੜੇ ਦੇ ਵਿੱਚ ਜਿਹੜਾ ਬਲਦਾਂ ਦੇ ਉੱਤੇ ਦਿੱਤਾ ਜਾਂਦਾ ਸੀਗਾ। ਬੈਲ ਕਾਹਨੂੰ ਦਸਤਾਨ ਕਰਦਾ ਹੈ? ਭਾਰ ਚੁੱਕਣ ਵਾਲਾ, ਲੋਕਾਂ ਦੇ ਬੋਝ ਚੁੱਕਣ ਵਾਲਾ ਸੀਗਾ ਉਹ, ਤਾਂ ਉਹਨੂੰ ਉਸ ਕੱਪੜੇ 'ਚ ਲਪੇਟਿਆ ਗਿਆ ਸੀਗਾ।
हर चीज का रेवलेशन है, प्रकाशन है खुदा का। लेकिन वो लेके जा रहे हैं यूसुफ नाल है, अरे रोइया, लेकिन वो लैन च खड़ गए और लोगों ने रो गया परे हो जा, तू बद चलन है, तेनू हक नहीं इस लैन च लगन दा। लेकिन ये सब पूरा होना सीगा, हालेलुया। लेकिन उन्हें उस बच्चे नो अपनी छाती ने लाया होया सीगा। उधर खुदा ने शमौन नू कहा सीगा, जिन्ना चिकर तक तू मुक्तिदाता नू देखेगा नहीं, तू ये दुनिया नो विदा नहीं होएगा। कड़ी ना कड़ी जोड़ रही सीगी, अंग रंग जोड़ रहा सीगा, हालेलुया। प्रभु का नाम मुबारक होवे। कि सब समझ रहे गल नूं। लेकिन वो लैन च लगी सीगी, क्योंकि वो लोग वो तो घिरदा करते सी, हालेलुया। वो तो दुनिया की समझ च नहीं आउंदियां गल्लां, आमीन। लेकिन उन्हें समझ नहीं आई, क्योंकि उन्होंने पता नहीं, आप ही पढ़ी जाता जायक यशाया नबी ने कहा सीगा, एक कुआरी गर्भवती होएगी, कुआरी गर्भवती सामने खड़ी है, लेकिन अन्ना कुआरी गर्भवती सामने खड़ी है। तू तो कुआरी ने बच्चा जन्म दिता, और बेइज्जती, लेकिन वो बेइज्जती तो नहीं डरती सी। क्यों? क्योंकि उन्हें पता आया दूध ने मैनू कहा सीगा, हालेलुया। प्रभु का नाम मुबारक होवे। कितने लोग समझ रहे गल, वो हकीकत में चल रही सीगी, वो गल्लां नाल नहीं चलती सीगी, हकीकत नाल, क्योंकि उन्हें प्रैक्टिकल हो चुका सीगा। जो इंसान दे नाल अपने ना कोई वापरता है, वो खुदा दा दीवाना हो जाता है, वो टिबरी बन जाता, टिबरी, हालेलुया। वो कुछ नहीं करता, कर तुम्हारा यीशु मसीह, हालेलुया, आमीन, ग्लोरी। शमौन खड़ा, हालेलुया। खुदा का नाम मुबारक हो। धन्यवाद प्रभु का। शमौन नू प्रभु ने कहा सी, जिन्ना चिकर तक तू उस जाने नू नहीं देखेगा, शरीर नू नहीं छड्डेगा, आमीन। हुण जेड़े सारे तुसीं गल्लां ध्यान नाल तस्वीरां देखणियां, प्रभु का नाम मुबारक होवे। शमौन बजुर्ग सी, 80-90 साल के करीब उन्होंने उम्र सी, और खुदा ने उन्होंने होली स्पिरिट ने कहा सी, जिन्ना चिकर तक तू उन्होंने देखेगा नहीं। वो प्रचार करता रहा भी पवित्र आत्मा ने मैनू कहा है, प्रभु ने मैनू कहा भी जिन्ना चिकर तक तू मुक्तिदाता नू नहीं देखेगा, तू शरीर नू नहीं छड्डेगा। यीशु मसीह 8 दिन का ऐसा था। शमौन नू कई साल प्रचार करते हो गए, लोगों ने उन्होंने मजाक किया, आया तेरा तेन छुड़ाने वाला तो आया ही नहीं, तू बुढ़ा हो गया, तू मरन वाला आया। लेकिन उन्होंने यकीन सीगा कि मैं मरूंगा नहीं, क्योंकि मैनू खुदा ने कहा है, हकीकत सीगी यह गल, हालेलुया। उन्हें क्या मैनू पता सी, मैनू होली स्पिरिट ने कहा है मैं मरूंगा नहीं। लोगों ने उहदा मजाक किया, उसे टाइम प्रचार नहीं किया, कई सालों का प्रचार कर रहा सीगा, लोग उन्हें मजाक करते सीगे, हालेलुया। जदों यीशु मसीह उस स्थान के उत्ते आया हेकल के सामने, कुछ हो गया, अंग जुड़ गया। शमौन सीधा ही किसी को नहीं गया, सीधा ही मरियम को गया। यह लौकिक का काम, सीधा उत्थे गया हो। खुदा का नाम मुबारक होवे। उन्हें बच्चे नू लिया मरियम दे हत्थ च, आमीन। तुहानू पता किन्नू देखा, वो वचन पूरा होया। उन्हें अपनी अखां नाल नस्तारे नू देख लिया, आमीन। उन्हें काम बाग किया उत्थे, उन्हें कहा स्वामी मैनू हुण जान दी इजाजत दिओ, हालेलुया। क्योंकि इन अखां नाल मैं अपने मुक्तिदाता नू देख लिया। इस नीरे मनुख ने समझ नहीं है गल्ला। बहुत सारे लोग खड़े सीगे, आप ही कहिए तो कुआरी गर्भवती होएगी,
हालेलुया, कुआरी औरत के सामने खड़ी है। हालेलुया, वो तो किरना कर रहे हैं। आमीन। खुदा ने कहा जो मैं बोलता है ये आत्मा है। हालेलुया, शरीर तो कोई लाभ नहीं है। प्रभु का नाम मुबारक हो। ये अंग जोड़ रहे सी क्योंकि इको आत्मा के दीन हुंदा। कदी वो अंग कदी नहीं जुड़ता जिहड़ा आत्मा के दीन नहीं हुंदा। ये आत्मा के दीन सब अंग हैं। हालेलुया, क्योंकि जो तुसीं इको आत्मा, इको ही बपतिस्मा, इको ही प्रभु, कोई तीन प्रभु नहीं, इसराइल का इको ही खुदा आया। हालेलुया, पहला वो पिता सी, फिर वो शरीर च पुत्र बनया, अज फिर वो पिता है, अज फिर हॉली स्पिरिट है। हालेलुया, जरा पानिया तो शुरू तो मंडरा रहा सीगा, जरा पानिया तो शुरू तो मंडराउंदा सीगा, क्योंकि बाइबल कह रही यूहन्ना दे विच उन्हें कहा परमेश्वर आत्मा है। हालेलुया, जो उन्हें कहा प्रभु मैनू हुण जान दी इजाजत है, मैं देख लिया, क्योंकि वचन पूरा होया और जो बाइबल के अनुसार सी वो भी पूरा हो गया, सब पूरा होया, तो खुदा ने वो चले गया आसमान। हालेलुया, इसी तरह हकीकत है चीज़ां जो यही तो समझ नहीं आ रही, तो इस करके अंग ना अंग जुड़ना है। किसी ने कोई जानते नहीं, अपने आप ने जुड़ना है, क्योंकि वो अंग है, परमेश्वर के अंग हाँ, वो अंग ने जुड़ना ही जुड़ना है। मेरे कहते नहीं, लेकिन जो परमेश्वर बोलता है उन्हें जुड़ना ही जुड़ना है। हालेलुया, क्योंकि अंग हाँ, अंगा ने अपना जोड़ के काम करना है। जिदा मैं तुहानू दस्सिया है, हर एक अंग का अपना अपना काम है। शमौन का अपना काम सीगा, मरियम का अपना काम सीगा। हालेलुया, खुदा का अपना काम है, चेलिया का अपना काम सीगा, अज वो सेवकों का अपना काम है ना, प्रभु के लोगों का पूरी जी देह है वह अपना काम है। हर एक का आपो अपना काम है, लेकिन है सारे वो अंग हैं, सब अंग हैं। कोई कितना काम करता है, लेकिन खुदा का धन्यवाद हो, खुदा वह भी अजर दिता है, लेकिन अजर कितों दिता जो एक आत्मा थले, आत्मा दीन होकर आप काम करते हैं। परमेश्वर का धन्यवाद, वो आत्मा थले जो चलते हैं, खुदा तुहानू सब नू बरकत दिंदा है। हालेलुया, क्योंकि तुसी सारे वो अंग हो। कोई अंग कट्टिया नहीं, कटदा नहीं खुदा उन्ना चिकर जिन्ना चिकर तक वो कुछ लैके नहीं आता। जो कोई फल लैके आता है तो प्रभु नू प्यार करता है। उन्हें कहा वो फलों तो पछाणो। हालेलुया, खुदा ने कहा फलों तो पछाणिया जाए किद्दां दा अंग है, की है वो। हालेलुया, गल्लां करने वाले बहुत हैं, गल्लां करने वाले नहीं है, किसी तरह नहीं है। खुदा चलने वाले को पसंद करता। जे समय दो थोड़ा जिहा तुहानू एक ऐत दिखाना, यूहन्ना की पुस्तक च खुदा का नाम मुबारक हो। यूहन्ना ਉਹਦੀ 4 ਉਹਦੀ 32 ਤੋਂ शुरू करांगे। ये सामरी और जी तीमी है वो गल थोड़ी रखन लगा मैं। हाँ जी, हालेलुया, पर उसने उन्होंने आख्या खाण लई मेरे कोल भोजन है जिहनूं तुसीं नहीं जानदे। आमीन। हालेलुया, वो भोजन लेके आए, प्रभु ने कहा खाण लई मेरे कोल भोजन है तुसी नहीं जानते। उन्हें शरीर च सीगे चेले, उन्हें कहा प्रभु ने भोजन खा लिया होना, जब प्रभु को भोजन रखा होना। प्रभु ने कहा खाण लई मेरे को भोजन है पर तुसी उन्हें नहीं जानते। हालेलुया, ते आपां की कर रहे हैं अज भोजन खा रहे हैं। आमीन, लेकिन इस भोजन को असीं जानते। आमीन। हाँ जी, पढ़ोगे। इस कारण चेले आपस में कहन लगे कि कोई इहदे खाण लई कुछ ले आया है। कोई चेले आपस बुड़बुड़ान लगे इहदे खाण लई कुछ ले आया कोई, जरा कहते प्रभु कह रहा है भोजन मेरे को हैगा तुसीं नहीं जानते, भी कोई इहनूं दे गया है, भी कोई इहनूं दे गया भोजन। चेले नहीं जानते। हालेलुया, वो जानते नहीं सी। जड़ी गल रखन लगा मैं। हाँ जी, पढ़ो। यीशु ने उन्होंने आख्या
मेरा भोजन एहो है मेरा भोजन एहो है हाँ, जो अपने भेजने वाले की मर्जी उत्ते चला भेजण वाले की मर्जी उत्ते ਇਹ ਪ੍ਰਭੂ ਦਾ ਭੋਜਨ ਹੈ, ਇਹ ਤੁਹਾਡਾ ਭੋਜਨ ਹੈ। ਹਾਲੇਲੂਇਆ। ਉਹਨੇ ਇਹ ਨਹੀਂ ਕਿਹਾ ਸੁਣਨ ਵਾਲੇ ਆਮੇਨ ਮਰਜ਼ੀ ਉੱਤੇ ਚੱਲਣਾ। ਯਿਸੂ ਨੇ ਖੁਦ ਕਿਹਾ ਹੈ ਆਮੇਨ ਹਾਲੇਲੂਇਆ। ਪ੍ਰਭੂ ਦਾ ਨਾਮ ਮੁਬਾਰਕ ਹੋਵੇ। ਚੱਲਣ ਵਾਲਾ ਜਿਹੜਾ ਬੰਦਾ ਉਹਨੂੰ ਖੁਦਾ ਪਸੰਦ ਕਰਦਾ, ਜਿਹੜਾ ਉਹਦੇ ਕੰਮ ਕਰਦਾ ਹੈ। ਚੱਲਣ ਦਾ ਮਤਲਬ ਹੁੰਦਾ ਜਿਹੜਾ ਉਹਦੇ ਕੰਮ ਕਰਦਾ ਹੈ। ਜਿੱਦਾਂ ਮੈਂ ਦੱਸਿਆ ਵੀ ਹਰ ਇੱਕ ਅੰਗ ਕੰਮ ਕਰਦਾ ਹੈ, ਕੋਈ ਕਿੱਦਾਂ ਕਰਦਾ ਹੈ, ਕੋਈ ਕਿੱਦਾਂ ਕਰਦਾ। ਹਾਲੇਲੂਇਆ। ਖੁਦਾ ਦਾ ਨਾਮ ਮੁਬਾਰਕ ਹੋਵੇ। ਆਓ ਹੁਣ ਅਸੀਂ ਅਫਸੀਆਂ ਦੀ ਪੁਸਤਕ ਉੱਥੇ ਵਾਪਸੀ ਚੱਲਦੇ ਹਾਂ, ਉਹਨੂੰ ਜਿਹੜਾ ਧਿਆਨ ਨਾਲ ਪੜ੍ਹਦੇ ਹਾਂ। ਇੱਕੋ ਹੀ ਬਪਤਿਸਮਾ, ਜਿੱਥੇ ਪ੍ਰਭੂ ਇੱਕੋ ਨਿਸ਼ਚਾ, ਇੱਕੋ ਬਪਤਿਸਮਾ ਹੈ, ਇੱਕੋ ਪਰਮੇਸ਼ਵਰ ਅਤੇ ਪਿਤਾ ਸਭਨਾਂ ਦਾ ਹੈ, ਜਿਹੜਾ ਸਭਨਾਂ ਦੇ ਉੱਤੇ, ਸਭਨਾਂ ਦੇ ਵਿੱਚ, ਸਭਨਾਂ ਉੱਤੇ, ਸਭਨਾਂ ਦੇ ਵਿੱਚ, ਹਾਂਜੀ, ਅਤੇ ਸਭਨਾਂ ਦੇ ਅੰਦਰ ਹੈ। ਹੌਲੀ ਸਪਿਰਿਟ ਕਿੱਥੇ ਹੁੰਦਾ? ਸੋਲਸ। ਕਿੱਥੇ ਹੁੰਦਾ ਹੈ? ਸੋਲਸ। ਉਹ ਸੋਲ ਕਿੱਥੇ ਹੁੰਦਾ? ਦਿਲ ਦੇ ਥੱਲੇ 3 ਇੰਚ ਇੱਕ ਸਥਾਨ ਹੈ ਜਿੱਥੇ ਸੋਲ ਰਹਿੰਦਾ। ਆਮੇਨ। ਦਿਮਾਗ ਕਿੱਥੇ ਹੁੰਦਾ ਤੁਹਾਡਾ? ਅੰਦਰ। ਇਹ ਦਿਮਾਗ ਨਹੀਂ ਹੈ, ਇਹ ਸਿਰ ਹੈ, ਇਹਦੇ ਅੰਦਰ ਨਾੜਾਂ ਦਾ ਗੁੱਛਾ ਹੈ, ਇਹਨੂੰ ਕਹਿੰਦੇ ਦਿਮਾਗ, ਬ੍ਰੇਨ ਕਹਿੰਦੇ ਇਹਨੂੰ। ਲੇਕਿਨ ਅਸਲੀ ਦਿਮਾਗ ਤੁਹਾਡਾ ਅੰਦਰ ਹੈ। ਸੋਚ ਹਮੇਸ਼ਾ ਅੰਦਰੋਂ ਨਿਕਲਦੀ ਹੈ। ਹਾਲੇਲੂਇਆ। ਇਹ ਨਾੜਾਂ ਦਾ ਗੁੱਛਾ ਹੈ ਇੱਥੇ, ਜਿਹਨੂੰ ਦਿਮਾਗ ਕਹਿੰਦੇ। ਇਹ ਸਾਨੂੰ ਦੱਸਦਾ ਵੀ ਤੁਸੀਂ ਕਿੱਦਾਂ ਤੁਰਨਾ ਫਿਰਨਾ ਹੈ, ਸਾਨੂੰ ਦੱਸਦਾ ਵੀ ਉਹ ਕੰਮ ਕਿੱਦਾਂ। ਲੇਕਿਨ ਸੋਚ ਹਮੇਸ਼ਾ ਅੰਦਰੋਂ ਆਉਂਦੀ ਹੈ। ਔਰ ਖੁਦਾਵੰਦ ਜਿਹੜਾ ਸੋਲ ਦੇ ਵਿੱਚ, ਹੌਲੀ ਸਪਿਰਿਟ ਜਿਹੜਾ ਸੋਲ 'ਚ ਹੁੰਦਾ, ਇਹਦਾ ਕੋਈ ਬੰਦਾ ਵਰਣਨ ਨਹੀਂ ਕਰ ਸਕਦਾ। ਇਹ ਦੋ ਹੀ ਗੱਲਾਂ ਕਰਦਾ ਆ, ਤੀਜੀ ਗੱਲ ਨਹੀਂ ਕਰਦਾ। ਜਾਂ ਤਾਂ ਵਿਸ਼ਵਾਸ ਕਰ, ਜਾਂ ਨਾ ਵਿਸ਼ਵਾਸ ਕਰ, ਜਾਂ ਬੇਪ੍ਰਤੀਤਾ ਜਾਂ ਪ੍ਰਤੀਤਵਾਨ। ਹਾਲੇਲੂਇਆ। ਪਰ ਜੇ ਬੰਦਾ ਪ੍ਰਤੀਤਵਾਨ ਹੁੰਦਾ ਆ, ਉਹ ਯਿਸੂ ਮਸੀਹ ਨੂੰ ਆਪਣਾ ਉਧਾਰ ਕਰਤਾ ਕਬੂਲ ਕਰਦਾ ਹੈ। ਹਾਲੇਲੂਇਆ। ਫਿਰ ਉਹ ਅੰਗ ਬਣਦਾ ਆ, ਇਹ ਖੁਦਾ ਦਾ ਉਹ ਅੰਗ ਬਣ ਜਾਂਦਾ, ਖੁਦਾ ਦੀ ਇੱਕ ਬੇਟੀ ਬਣ ਜਾਂਦੀ, ਖੁਦਾ ਦਾ ਬੇਟਾ ਬਣਦਾ ਹੈ। ਹਾਲੇਲੂਇਆ। ਇੱਕੋ ਹੀ ਆਤਮਾ, ਇੱਕੋ ਹੀ ਪ੍ਰਭੂ, ਇੱਕੋ ਹੀ ਬਪਤਿਸਮਾ। ਗਲੋਰੀ। ਹਾਲੇਲੂਇਆ। ਬਪਤਿਸਮਾ ਕਿਹੜਾ? ਪੌਲਸ ਨੇ ਕਿਹਾ, ਉਹਨੇ ਕਿਹਾ ਤੁਸੀਂ ਪਵਿੱਤਰ ਆਤਮਾ, ਉਹਨੇ ਕਿਹਾ ਕੀ ਤੁਸੀਂ ਪਵਿੱਤਰ ਆਤਮਾ ਪਾਇਆ? ਪ੍ਰੇਰਿਤ 19 ਰਸੂਲਾਂ ਦੀ ਕਿਤਾਬ 19 ਅਧਿਆਇ 'ਚ ਉਹਨਾਂ ਨੇ ਕਿਹਾ ਅਸੀਂ ਤਾਂ ਇਹਦਾ ਨਾਮ ਨਹੀਂ ਸੁਣਿਆ ਪਵਿੱਤਰ ਆਤਮਾ। ਫਿਰ ਉਹਨੇ ਕਿਹਾ ਤੁਸੀਂ ਕਾਹਦਾ ਬਪਤਿਸਮਾ ਲਿਆ? ਬੜੇ ਧਿਆਨ ਨਾਲ ਸੁਣਿਓ। ਉਹਨੇ ਕਿਹਾ ਫਿਰ ਤੁਸੀਂ ਕਾਹਦਾ ਬਪਤਿਸਮਾ ਲਿਆ? ਬਪਤਿਸਮਾ ਲੈ ਚੁੱਕੇ ਸੀਗੇ। ਕਿਹਦੇ ਕੋਲ? ਯਹੂਨਾ ਦੇ ਕੋਲ। ਯਹੂਨਾ ਉਹ ਬੰਦਾ ਆ ਜਿਹਨੂੰ ਪ੍ਰਭੂ ਯਿਸੂ ਮਸੀਹ ਨੇ ਔਰਤਾਂ ਦੇ ਵਿੱਚੋਂ ਜਿੰਨੇ ਵੀ ਲੋਕ ਹੋਏ ਹਨ, ਉਹਦਾ ਸਭ ਤੋਂ ਮਹਾਨ ਹੈ। ਉਸ ਸਮੇਂ ਦਾ ਉਹ ਜਿਹਦੇ ਕੋਲੋਂ ਯਿਸੂ ਮਸੀਹ ਨੇ ਬਪਤਿਸਮਾ ਲਿਆ ਸੀਗਾ। ਪੌਲਸ ਨੇ ਉਹਨੂੰ ਕਿਹਾ ਤੁਸੀਂ ਕਾਹਦਾ ਬਪਤਿਸਮਾ ਲਿਆ? ਉਹਨੇ ਕਿਹਾ ਅਸੀਂ ਤਾਂ ਯਹੂਨਾ ਦਾ ਬਪਤਿਸਮਾ ਲਿਆ। ਹਾਲੇਲੂਇਆ। ਉਹਨੇ ਕਿਹਾ ਅਸੀਂ ਯਹੂਨਾ ਦਾ ਬਪਤਿਸਮਾ ਲਿਆ। ਉਹਨੇ ਕਿਹਾ ਹੁਣ ਇਹ ਨਹੀਂ ਚੱਲਣਾ। ਕਿਉਂ? ਕਿਉਂਕਿ ਯਿਸੂ ਧਰਤੀ ਤੇ ਆ ਗਿਆ। ਹਾਲੇਲੂਇਆ। ਉਹਨੇ ਕਿਹਾ ਅਸੀਂ ਤਾਂ ਬਪਤਿਸਮਾ ਲੈ ਚੁੱਕੇ ਹਾਂ। ਉਹਨੇ ਕਿਹਾ ਇਹ ਨਹੀਂ ਚੱਲਣਾ ਹੁਣ। ਉਹਨੇ ਕਿਹਾ ਅਸੀਂ ਕੀ ਕਰੀਏ? ਉਹਨੇ ਕਿਹਾ ਯਿਸੂ ਮਸੀਹ ਦੇ ਨਾਂ 'ਚ ਬਪਤਿਸਮਾ ਦਿਓ। ਉਹਨਾਂ ਸਾਰਿਆਂ ਨੇ ਦੁਬਾਰਾ ਯਿਸੂ ਮਸੀਹ ਦੇ ਨਾਂ 'ਚ ਬਪਤਿਸਮਾ ਲਿਆ ਔਰ ਪੌਲਸ ਨੇ ਉਹਨਾਂ ਨੂੰ ਦੁਬਾਰਾ ਬਪਤਿਸਮਾ ਦਿੱਤਾ। ਹਾਲੇਲੂਇਆ। ਖੁਦਾ ਦਾ ਨਾਮ ਮੁਬਾਰਕ ਹੋਵੇ। ਬਪਤਿਸਮਾ ਇੱਕ ਸ਼ੁੱਧੀਕਰਨ ਦਾ ਪਾਣੀ ਦੁਆਰਾ, ਇਹ ਸਹੀ ਤਰੀਕੇ ਨਾਲ ਚੱਲਣਾ ਹੁੰਦਾ ਵੀ ਭਾਈ ਉਸ ਪੌੜੀ ਦੇ ਉੱਤੇ ਚੜ੍ਹ ਗਏ ਆ, ਜਿਹੜੀ ਪੌੜੀ ਪਰਮੇਸ਼ਰ ਤੱਕ ਲੈ ਕੇ ਜਾਂਦੀ ਹੈ। ਹਾਲੇਲੂਇਆ। ਕਿਉਂਕਿ ਬਾਈਬਲ ਟੂ ਰਿਕਾਰਡਿੰਗ ਹੈ, ਸਾਰਾ ਕੁਝ ਖੁਦਾ ਦੇ ਕਲਾਮ ਦੇ ਵਿੱਚ ਹੈ ਔਰ ਅਸੀਂ ਹਮੇਸ਼ਾ ਹੀ ਵਚਨ ਦੇ ਕੈਦੀ ਹਾਂ। ਜਿੱਦਾਂ ਮੈਂ ਪੌਲਸ ਦੇ ਬਾਰੇ ਗੱਲ ਕੀਤੀ ਸੀ, ਮੈਂ ਥੋੜੀ ਰੱਖਣਾ ਚਾਹੁੰਦਾ ਉਹ ਗੱਲ ਨੂੰ ਵੀ। ਪੌਲਸ ਨੇ ਕਿਉਂ ਕਿਹਾ ਮੈਂ ਪਰਮੇਸ਼ਰ ਦਾ ਕੈਦੀ ਹਾਂ? ਕਿਉਂਕਿ ਉਹ ਕੈਦ ਵਿੱਚ ਰਹਿ ਚੁੱਕਾ ਸੀ, ਉਹਨੂੰ ਸੰਗਲਾਂ ਨਾਲ ਬੰਨਿਆ ਗਿਆ ਸੀ। ਹੁਣ ਤੁਸੀਂ ਦੱਸੋ, ਜਦੋਂ ਬੰਦੇ ਦੇ ਸਰੀਰ ਨੂੰ ਸੰਗਲਾਂ ਨਾਲ ਬੰਨਿਆ ਜਾਂਦਾ ਆ, ਉਹ ਮਹਿਸੂਸ ਕਰ ਰਿਹਾ ਸੀ,
ਉਹਨੂੰ ਇੱਕ ਕੈਦਖਾਨੇ ਵਿੱਚ ਬਣਾਇਆ ਸੀਗਾ, ਏਦਾਂ ਕੈਦੀ ਸੀਗਾ। ਉਹਨੇ ਤਾਂ ਹੀ ਆਪਣੀ ਬਾਈਬਲ ਦੇ ਵਿੱਚ ਖੁਦਾ ਦੇ ਕਲਾਮ ਦੇ ਵਿੱਚ ਕਿਹਾ, ਕਹਿੰਦਾ ਧੰਨਵਾਦ ਮੈਂ ਅੱਜ ਮਸੀਹ ਦਾ ਕੈਦੀ ਹਾਂ। ਹਾਲੇਲੂਇਆ। ਉਹ ਸਰੀਰਕ ਸੰਗਲਾਂ ਨੂੰ ਨਹੀਂ ਸੀ ਦੇਖ ਰਿਹਾ, ਨਹੀਂ। ਉਹ ਜਿਹੜੇ ਸੰਗਲ ਸੀ ਉਹਨੂੰ ਪਤਾ ਕਿੱਦਾਂ ਦਿਖਦੇ ਸੀਗੇ? ਉਹ ਕਹਿੰਦਾ ਮੈਂ ਵਚਨ ਦੇ ਸੰਗਲ ਨਾਲ ਬੰਨਿਆ ਹੋਇਆ ਹੈ। ਹਾਲੇਲੂਇਆ। ਖੁਦਾ ਦਾ ਧੰਨਵਾਦ ਹੋਵੇ। ਪੌਲਸ ਰਿਹਾ ਉਹ ਬਿਆਨ ਕਰ ਰਿਹਾ ਕਿਉਂਕਿ ਕੈਦਾਂ ਵਿੱਚ ਹੋ ਕੇ ਆ ਰਿਹਾ ਸੀਗਾ। ਉਹਨੇ ਕਿਹਾ ਅਸਲੀ ਫਿਰ ਬਿਆਨ ਕੀਤਾ, ਕਹਿੰਦਾ ਮੈਂ ਮਸੀਹ ਦਾ ਕੈਦੀ ਹਾਂ। ਮਸੀਹ ਦਾ ਕੈਦੀ ਦਾ ਮਤਲਬ ਹੁੰਦਾ ਵਚਨ ਦਾ ਕੈਦੀ। ਉਹਨੇ ਕਿਹਾ ਮੈਂ ਵਚਨ ਦਾ ਕੈਦੀ ਹਾਂ। ਹਾਲੇਲੂਇਆ। ਤੇ ਪ੍ਰਭੂ ਦਾ ਧੰਨਵਾਦ ਹੋਵੇ। ਫਿਰ ਉਹਨੇ ਕਿਹਾ ਮੈਂ ਉਸ ਦੌੜ 'ਚ ਦੌੜਿਆ ਜਾਂਦਾ ਜਿਹੜੀ ਦੌੜ, ਪਤਾ ਕਿਹੜੀ ਦੌੜ ਸੀਗੀ? ਉਹ ਜੀਂਦੇ ਜੀ ਉਠਾਏ ਜਾਣਾ, ਜਿਸਮ ਬਦਲ ਜਾਣਾ। ਹਾਲੇਲੂਇਆ। ਉਸ ਦੌੜ 'ਚ ਜਾ ਰਿਹਾ ਸੀ ਉਹ, ਪਰ ਉਹਨੂੰ ਇਹ ਥੋੜ੍ਹੀ ਦੇਖਦਾ ਸੀ ਉਹ ਵੀ ਮੈਂ ਖਤਮ ਹੋ ਜਾਊਗਾ। ਉਹ ਤਾਂ ਆਪਣੀ ਇੱਕ ਲਹਿਰ 'ਚ ਦੌੜਿਆ ਜਾ ਰਿਹਾ ਸੀਗਾ ਕਿਉਂਕਿ ਉਹਦਾ ਪ੍ਰਭੂ ਦੇ ਨਾਲ ਪਿਆਰ ਸੀਗਾ। ਜਦੋਂ ਕਿਸੇ ਦਾ ਪਿਆਰ ਹੁੰਦਾ ਉਹਦੇ ਮਗਰ ਜਾਂਦਾ, ਉਹਦਾ ਪ੍ਰਭੂ ਦਾ ਪਿਆਰ ਸੀਗਾ। ਹਾਲੇਲੂਇਆ। ਉਹ ਕਹਿੰਦਾ ਮੈਨੂੰ ਮਸੀਹ ਦੇ ਸੰਗਲਾਂ 'ਚ ਮੈਂ ਕੈਦੀ ਬਣਿਆ ਹੋਇਆ। ਜਦੋਂ ਬੰਦਾ ਇਹ ਸੋਚਦਾ, ਜਿਹੜੇ ਭੈਣ ਇਹ ਸੋਚਦੀ ਆ ਵੀ ਮੈਂ ਮਸੀਹ ਦੇ ਸੰਗਲਾਂ 'ਚ ਕੈਦੀ ਹਾਂ, ਹਾਲੇਲੂਇਆ, ਤਾਂ ਪ੍ਰਭੂ ਦਾ ਨਾਮ ਮੁਬਾਰਕ ਹੋਵੇ। ਉਹ ਸਾਰੇ ਕੈਦਖਾਨੇ 'ਚ ਹੋ ਕੇ ਆ ਗਿਆ ਸੀਗਾ, ਦੇਖਿਆ ਉਹਨੇ। ਫਿਰ ਵਰਣਨ ਬਾਈਬਲ ਦੇ ਅੰਦਰ ਹੋਲੀ ਸਪਿਰਿਟ ਕੋਲ ਗਿਆ, ਜੋ ਉਹਨਾਂ ਨਾਲ ਬੀਤੀ ਉਹਨਾਂ ਨੇ ਪਵਿੱਤਰ ਆਤਮਾ ਦੁਆਰਾ ਇਹਦੇ ਵਿੱਚ ਲਿਖਤ ਕਰਾਈ। ਖੁਦਾ ਨੇ ਲਿਖਤ ਕਰਾਈ ਉਹਨਾਂ ਤੋਂ। ਹਾਲੇਲੂਇਆ। ਖੁਦਾ ਦਾ ਨਾਮ ਮੁਬਾਰਕ ਹੋਵੇ। ਆਓ ਅਸੀਂ ਅੱਗੇ ਫਿਰ ਪੜ੍ਹਦੇ ਹਾਂ। ਪੜ੍ਹੋ ਭਾਈ ਜੀ 7 ਤੋਂ। ਪਰ ਅਸਾਂ ਵਿੱਚੋਂ ਹਰੇਕ ਉੱਤੇ ਮਸੀਹ ਦੇ ਦਾਨ ਦੇ ਅੰਦਾਜ਼ੇ ਦੇ ਅਨੁਸਾਰ ਕਿਰਪਾ ਕੀਤੀ ਗਈ। ਹਰ ਇੱਕ ਦੇ ਉੱਤੇ ਮਸੀਹ ਦੇ ਅੰਦਾਜ਼ੇ ਦੇ ਅਨੁਸਾਰ ਤੁਹਾਡੇ ਤੇ ਕਿਰਪਾ ਹੋਈ ਹੈ, ਜਿਹੜੇ ਮੈਂ ਗੱਲਾਂ ਪਹਿਲਾਂ ਰੱਖੀਆਂ ਤੁਹਾਡੇ ਮੂਹਰੇ। ਹਾਂਜੀ। ਇਸ ਲਈ ਉਹ ਆਖਦਾ ਹੈ ਜਾਂ ਉਤਾਂ ਨੂੰ ਚੜਿਆ। ਕੌਣ ਚੜਿਆ? ਮਸੀਹ। ਜੋ ਉਤਾਂ ਨੂੰ ਚੜਿਆ, ਹਾਂਜੀ, ਉਹ ਬੰਧਨ ਨੂੰ ਬੰਨ ਲਿਆ ਅਤੇ ਮਨੁੱਖਾਂ ਨੂੰ ਦਾਨ ਦਿੱਤੇ। ਹਾਂ, ਮਨੁੱਖਾਂ ਨੂੰ ਬੰਧਨਾਂ ਨੂੰ ਬੰਨ ਕੇ ਮਨੁੱਖਾਂ ਨੂੰ ਉਹਨੇ ਦਾਨ ਦਿੱਤੇ, ਗਿਫਟ ਦਿੱਤੇ। ਹਾਲੇਲੂਇਆ। ਜਿਹਦੇ ਬਾਰੇ ਮੈਂ ਵਰਣਨ ਕਰਕੇ ਹਟਿਆ, ਕਿਸੇ ਨੂੰ ਵੰਡ ਕੇ ਦਿੱਤੇ ਖੁਦਾ ਨੇ। ਹਰ ਇੱਕ ਨੂੰ ਇੱਕ ਨਹੀਂ ਦਿੱਤਾ, ਸਭ ਨੂੰ ਉਹਨੇ ਵੰਡ ਕੇ ਅਸੀਂ ਦਿੱਤੀਆਂ। ਹਾਂਜੀ। ਹੁਣ ਇਸ ਗੱਲ ਦਾ ਭਾਈ ਉਹ ਚੜਿਆ, ਇਸ ਤੋਂ ਬਿਨਾ ਹੋਰ ਕੀ ਭਾਵ ਹੈ? ਹਾਂ, ਉਹ ਚੜਿਆ, ਇਸ ਤੋਂ ਬਿਨਾ ਕੋਈ ਭਾਵ ਨਹੀਂ ਹੈ। ਹਾਂਜੀ। ਜੋ ਧਰਤੀ ਦੇ ਹੇਠਲੀਆਂ ਥਾਵਾਂ ਵਿੱਚ ਉਤਰਿਆ ਵੀ ਸੀ। ਹੇਠਲੀਆਂ ਥਾਵਾਂ 'ਚ ਉਤਰਿਆ ਸੀਗਾ। ਉਹ ਹੇਠਲੀਆਂ ਥਾਵਾਂ ਦੇ ਵਿੱਚ ਵੀ ਉਤਰਿਆ ਸੀਗਾ। ਖੁਦਾ ਕੋ ਤਾਕਤ ਸੀਗੀ ਉੱਪਰ ਜਾਣ ਦੀ ਵੀ, ਥੱਲੇ ਜਾਣ ਦੀ। ਹਾਲੇਲੂਇਆ। ਜੋ ਪਿੱਛੇ ਬਿਆਨ ਕਰਕੇ ਗਿਆ, ਇਹ ਮੈਂ ਉੱਪਰ ਵੀ ਗਿਆ, ਥੱਲੇ ਵੀ। ਖੁਦਾ ਦਾ ਨਾਮ ਮੁਬਾਰਕ ਹੋਵੇ। ਹੁਣ ਥੋੜੇ ਸਮੇਂ ਨੂੰ ਬਚਾਉਂਦੇ ਹੋਏ ਆਪਾਂ ਥੋੜੇ ਹੋਰ ਪੜ੍ਹਦੇ ਹਾਂ। 15 ਤੋਂ ਸ਼ੁਰੂ ਕਰਾਂਗੇ। ਹਾਂਜੀ। ਸਭ ਅਸੀਂ ਪ੍ਰੇਮ ਨਾਲ ਸੱਚ ਕਮਾਉਂਦਿਆਂ ਹੋਇਆ ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਹਰ ਤਰ੍ਹਾਂ ਬਦਲ ਜਾਈਏ। ਹਾਂ, ਕੀ ਕਹਿ ਰਹੇ? ਦੁਆਰਾ ਫੇਰ ਪੜੋ ਭਾਈ ਜੀ। ਸਭ ਅਸੀਂ ਪ੍ਰੇਮ ਨਾਲ ਸੱਚ ਕਮਾਉਂਦਿਆਂ ਹੋਇਆ। ਪ੍ਰੇਮ ਨਾਲ ਸੱਚ ਕਮਾਉਂਦੇ ਹੋਏ। ਜਿੱਦਾਂ ਮੈਂ ਸਰੀਰ ਦੀ ਉਦਾਹਰਨ ਦਿੱਤੀ, ਜਦੋਂ ਸੱਚਾਈ ਦਾ ਕੋਈ ਕੰਮ ਕਰਦਾ ਖੁਦਾ ਨੂੰ ਤਾਂ ਲੈ ਕੇ ਜਾਂਦਾ ਹੈ। ਆਮੇਨ। ਹਾਲੇਲੂਇਆ। ਹਾਂਜੀ, ਅੱਗੇ ਪੜੋ। ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਹਰ ਤਰ੍ਹਾਂ ਵਧਦੇ ਜਾਈਏ। ਹਾਂ, ਵਧਦੇ ਜਾਈਏ, ਜਿਸ ਤੋਂ ਸਾਰੀ ਦੇਹ ਹਰੇਕ ਜੋੜ ਦੀ ਮਦਦ ਨਾਲ ਠੀਕ ਜੁੜ ਕੇ। ਹਾਂ, ਹਰ ਇੱਕ ਜੋੜ ਦੀ ਮਦਦ ਨਾਲ। ਇਹ ਜੋੜ ਹੈ ਗੁੱਟ ਦਾ, ਇਹਦੀ ਮਦਦ ਹੈ। ਇਹਦੀ ਮਦਦ ਨਾਲ ਸਭ ਕੁਝ ਹਿਲਦਾ ਆ ਹੱਥ। ਇੱਕ ਉਦਾਹਰਨ ਦੇ ਰਿਹਾ ਬੜੇ, ਕਿਉਂਕਿ ਜੋੜ ਦੀ ਮਦਦ ਨਾਲ ਹੈ। ਹਾਲੇਲੂਇਆ। ਇਹਦੀ ਮਦਦ ਨਾਲ ਸਾਰਾ ਅੰਗ ਹਿਲਦੇ ਆ। ਜੋੜ ਤੋਂ ਬਿਨਾਂ ਨਹੀਂ ਕੋਈ ਚੀਜ਼ ਹੈਗੀ। ਗੋਡੇ ਦਾ ਜੋੜ ਹੈ, ਕੂੜੀ ਦਾ ਜੋੜ ਹੈ। ਹਾਲੇਲੂਇਆ। ਜੋੜ ਹੋਣਾ ਚਾਹੀਦਾ ਤਾਂ ਹੀ ਅੰਗ ਸਲਾਮਤ ਰਹਿੰਦੇ ਆ। ਜੇ ਜੋੜ ਨਹੀਂ ਏਕਤਾ ਦਾ ਫਿਰ ਅੰਗ ਸਲਾਮਤ ਨਹੀਂ ਰਹਿਣਾ। ਹਾਲੇਲੂਇਆ। ਜੋੜ ਜ਼ਰੂਰੀ ਆ। ਅੱਜ ਮਸੀਹਾਂ ਨੂੰ ਕੀ ਚਾਹੀਦਾ? ਏਕਤਾ ਦੀ ਲੋੜ ਹੈ। ਹਾਲੇਲੂਇਆ। ਕੋਈ ਇਹ ਨਾ ਸਮਝੇ ਇੱਕ ਦੂਜੇ ਤੋਂ, ਇਦਾਂ ਨਹੀਂ ਹੈ। ਸਭ ਦੇਹ ਹਨ,
खुदा ने कमां नूं वंड के दिता सब नूं। प्रभु का नाम कितने लोग समझ रहे हैं? आत्मा ने गल्लां समझ रहे हो? हालेलुया, अरे प्रभु का नाम मुबारक होवे। एक उत्ते भी उन्होंने दस्या, पौलुस ने लिखा एकता दी लोड़ है ना। हाँ जी, पढ़ो अगे भाई जी। ਅਤੇ ਇੱਕ ਸੰਗ ਮਿਲ ਕੇ ਇੱਕ ਇੱਕ ਕੰਨ ਦੇ ਵੱਲ ਕੰਮ ਕਰਨ ਅਨੁਸਾਰ ਆਪਣੇ ਆਪ ਨੂੰ ਵਧਾਈ ਜਾਂਦੀ ਹੈ। हाँ, अपने आप ਨੂੰ ਵਧਾਈ ਜਾਂਦੀ है। हाँ जी, ਭਾਈਓ ਪ੍ਰੇਮ ਵਿੱਚ ਆਪਣੀ ਉਸਾਰੀ ਕਰੇ। ਉਪਰੰਤ ਮੈਂ ਇਹ ਆਖਦਾ ਹਾਂ ਅਤੇ ਪ੍ਰਭੂ ਵਿੱਚ ਗਵਾਹ ਹੋ ਕੇ ਤਕਦੀਰ ਕਰਦਾ ਹਾਂ, ਜੋ ਤੁਸੀਂ ਅਗਾਂਹ ਨੂੰ ਅਜਿਹੇ ਚਾਹ ਨਾ ਚੱਲੋ ਜਿਵੇਂ ਪਰਾਈਆਂ ਕੌਮਾਂ ਵੀ ਆਪਣੀ ਬੁੱਧ ਦੇ ਵਿਅਰਥਪੁਣੇ ਨਾਲ ਚਾਹਦੀਆਂ ਹਨ। ਅੱਗੇ ਤੋਂ ਕਹਿੰਦਾ ਇਹੋ ਜਿਹੀ ਚਾਲ ਨਾਲ ਚਲੋ ਜਿਵੇਂ ਪਰਾਈਆਂ ਕੌਮਾਂ ਵਿਅਰਥ ਚਲਦੀਆਂ ਹਨ। ਕਹਿੰਦਾ ਜੇ ਤੁਸੀਂ ਉਹਦੇ ਅੰਗ ਬਣ ਗਏ ਹੋ ਤੇ ਫਿਰ ਪ੍ਰਭੂ ਦਾ ਧੰਨਵਾਦ ਹੋਵੇ, ਵਚਨ ਦੇ ਅਨੁਸਾਰ ਚੱਲੋ। ਹਾਲੇਲੂਇਆ। ਹਾਂਜੀ, ਪੜੋਗੇ। ਉਹਨਾਂ ਦੀ ਬੁੱਧ ਹਨੇਰੀ ਹੋਈ ਹੈ। ਉਹਨਾਂ ਦੀ ਬੁੱਧ ਕਹਿੰਦਾ ਹਨੇਰੀ ਹੋਈ ਹੈ, ਤੁਹਾਡੀ ਬੁੱਧ ਮੈਂ ਖੋਲ ਦਿੱਤੀ ਹੈ। ਠੀਕ ਹੈ, ਕਹਿੰਦਾ ਤੁਹਾਡੀ ਬੁੱਧ ਨੂੰ ਮੈਂ ਕੀ ਕੀਤਾ ਹੋਇਆ? ਖੋਲ ਦਿੱਤਾ ਆ। ਉਹਨਾਂ ਵਾਂਗੂ ਨਾ ਚੱਲੋ ਜਿਹੜੇ ਹਨੇਰੇ 'ਚ ਚੱਲ ਰਹੇ ਹਨ। ਤੁਸੀਂ ਉਜਾਲੇ ਦੇ ਧੀਆਂ ਪੁੱਤਰ ਹੋ, ਕਿਉਂਕਿ ਤੁਹਾਡਾ ਪਿਤਾ ਚਾਨਣ ਹੈ। ਯਿਸੂ ਮਸੀਹ ਨੇ ਕਿਹਾ ਮੈਂ ਜਗਤ ਦਾ ਕੀ ਹੈ? ਚਾਨਣ ਹੋ। ਮੈਂ ਜਗਤ ਦਾ ਚਾਨਣ ਹਾਂ ਤੇ ਤੁਸੀਂ ਚਾਨਣ ਦੇ ਧੀਆਂ ਪੁੱਤਰ ਹੋ। ਹਾਲੇਲੂਇਆ। ਹਾਂਜੀ, ਪੜੋ। ਅਤੇ ਉਸ ਅਗਿਆਨ ਦੇ ਕਾਰਨ ਜੋ ਉਹਨਾਂ ਵਿੱਚ ਹੈ ਅਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਉਹ ਪਰਮੇਸ਼ਰ ਦੇ ਜੀਵਨ ਤੋਂ ਅੱਡ ਹੋਏ ਹਨ। ਪਰਮੇਸ਼ਵਰ ਦੇ ਜੀਵਨ ਤੋਂ ਉਹ ਪਰਮੇਸ਼ਵਰ ਦੇ ਜੀਵਨ ਤੋਂ ਅੱਡ ਹੋਏ ਹਨ। ਪੌਲੁਸ ਨੇ ਕਿਹਾ ਤੁਸੀਂ ਉਦਾਂ ਦੀ ਚਾਲ ਨਾ ਚੱਲੋ, ਕਿਉਂਕਿ ਹਨੇਰੇ ਚ ਹਨ, ਤੁਸੀਂ ਉਜਾਲੇ ਵਿੱਚ ਹੋ। ਖੁਦਾ ਦਾ ਧੰਨਵਾਦ ਹੋਵੇ। ਇਸ ਕਰਕੇ ਕਦੀ ਕਿਸੇ ਕੋਈ ਕਵੇ ਨਾ, ਸਭ ਪਰਮੇਸ਼ਵਰ ਦੇ ਇੱਕ ਦੇਹ ਹੈ, ਉਹਦੇ ਸਭ ਅੰਗ ਹਨ। ਔਰ ਜਦੋਂ ਅੰਗ ਹਨ, ਅੰਗਾਂ ਨੇ ਆਪਣਾ ਆਪਣਾ ਕੰਮ ਕਰਨਾ ਹੈ। ਹਰ ਕੰਮ ਨੇ ਆਪਣਾ ਕੰਮ ਕਰਨਾ ਹੈ। ਜ਼ੁਬਾਨ ਨੇ ਆਪਣਾ ਕਰਨਾ ਹੈ, ਅੱਖਾਂ ਨੇ ਆਪਣਾ ਕਰਨਾ ਹੈ। ਖੁਦਾ ਦਾ ਧੰਨਵਾਦ ਹੋਵੇ। ਪਰ ਇੱਕ ਗੱਲ ਜਿਹੜੀ ਮੈਂ ਦੱਸਣ ਲੱਗਾ, ਜਿਹੜਾ ਉਹਦਾ ਅੰਗ ਹੈ ਉਹਨੇ ਨਾਲ ਹੀ ਜੁੜ ਜਾਣਾ ਹੈ। ਹਾਲੇਲੂਇਆ। ਕਿੰਨੇ ਲੋਕ ਸਮਝ ਰਹੇ ਗੱਲ ਨੂੰ? ਅੰਗ ਨੇ ਜੁੜਨਾ ਹੀ ਜੁੜਨਾ ਹੈ। ਪ੍ਰਭੂ ਦਾ ਧੰਨਵਾਦ ਹੋਵੇ। ਚਾਹੇ ਉਹ ਕੁਛ ਕਿੱਦਾਂ ਦਾ ਵੀ ਹੋਵੇ। ਖੁਦਾਵੰਦ ਪਾਪੀਆਂ ਲਈ ਆਇਆ ਹੈ। ਲੋਕਾਂ ਦੀ ਨਿਗਾਹ ਪਾਪੀ ਆ ਉਹ, ਲੋਕ ਉਹਨੂੰ ਪਾਪੀ ਸਮਝਦੇ ਆ। ਪ੍ਰਭੂ ਦਾ ਖੁਦਾ ਦਾ ਕਲਾਮ ਕਹਿੰਦਾ ਮੈਂ ਧਰਮੀਆਂ ਲਈ ਨਹੀਂ ਆਇਆ, ਮੈਂ ਪਾਪੀਆਂ ਲਈ ਆਇਆ ਆ। ਹਾਲੇਲੂਇਆ। ਕਿਉਂਕਿ ਖੁਦਾ ਉਹ ਕੰਮ ਕਰਦਾ ਜਿਹੜੇ ਮਨੁੱਖਾਂ ਦੀ ਸਮਝ ਤੋਂ ਪਰੇ ਹੋਵੇ। ਹਾਲੇਲੂਇਆ। ਉਹ ਆਇਆ ਹੀ ਪਾਪੀਆਂ ਲਈ ਹੈ। ਇਹ ਪ੍ਰਭੂ ਦਾ ਨਾਮ ਮੁਬਾਰਕ ਹੋਵੇ। ਇੱਕ ਉਹਨੂੰ ਗੰਦੇ ਨੂੰ ਚੱਕ ਕੇ ਇਨਸਾਨ ਨੂੰ ਉਹਨੂੰ ਖੁਦਾ ਕਿੱਥੇ ਲੈ ਜਾਂਦਾ ਹੈ। ਹਾਲੇਲੂਇਆ। ਮਨੁੱਖ ਸੋਚਦਾ ਹੀ ਰਹਿ ਜਾਂਦਾ ਹੈ। ਪ੍ਰਭੂ ਦਾ ਨਾਮ ਮੁਬਾਰਕ। ਖੁਦਾ ਦੇ ਕੰਮ ਖੁਦਾ ਜਾਣਦਾ ਆ, ਮਨੁੱਖ ਨਹੀਂ ਜਾਣ ਸਕਦਾ। ਹਾਲੇਲੂਇਆ। ਉਹ ਸਾਰਿਆਂ ਨੂੰ ਸਾਨੂੰ ਉਹਨੇ ਅੰਗ ਬਣਾਇਆ, ਇੱਕ ਦੇਹ ਤਿਆਰ ਕੀਤੀ ਹੈ। ਔਰ ਪ੍ਰਭੂ ਦਾ ਧੰਨਵਾਦ ਹੋਵੇ। ਦੇਹ ਹੁਣ ਜਿਹੜੀ ਉਹਦੀ ਵੱਧਦੀ ਉਹ ਸਾਰੀ ਜਾ ਰਹੀ ਹੈ, ਪਾਵਰ ਆ ਰਹੀ ਉਹਦੇ 'ਚ। ਔਰ ਜਿੰਨੇ ਵੀ ਤੁਸੀਂ ਇਹ ਕੰਮ ਦੇਖਦੇ ਹੋ, ਖੁਦਾ ਦਾ ਧੰਨਵਾਦ ਹੋਵੇ। ਖੁਦਾ ਦੇ ਨਾਮ ਨੂੰ ਮੁਬਾਰਕ, ਖੁਦਾ ਦਾ ਨਾਮ ਮੁਬਾਰਕ ਹੋਵੇ। ਖੁਦਾ ਦਿਨੋਂ ਦਿਨ ਹੁਣ ਕਿੱਥੇ ਲੈ ਕੇ ਜਾ ਰਿਹਾ ਤੁਹਾਨੂੰ ਪਤਾ? ਹਕੀਕਤ ਵਿੱਚ ਤੁਹਾਨੂੰ ਪਤਾ ਲੱਗ ਰਿਹਾ ਤੁਸੀਂ ਕਿੱਥੇ ਜਾ ਰਹੇ ਹੋ? ਹਕੀਕਤ ਦੇ ਵਿੱਚ। ਹਾਲੇਲੂਇਆ। ਇਹ ਸਾਰੇ ਕੰਮ ਅੱਖਾਂ ਨਾਲ ਦੇਖ ਰਹੇ, ਹਕੀਕਤ ਹੈ। ਖੁਦਾ ਨੇ ਆਪਣੀ ਧੁਨ ਨੂੰ ਹਕੀਕਤ ਵਿੱਚ ਲੈ ਕੇ ਜਾਣਾ ਹੁਣ। ਕਿਉਂਕਿ ਜਦੋਂ ਮੈਂ ਤੁਹਾਨੂੰ ਦੱਸਿਆ ਰਾਸ਼ਟਰਪਤੀ ਜਿਹੜੀ ਬਣ ਚੁੱਕੀ ਆ ਅਮਰੀਕਾ ਦੀ, ਇਹਦਾ ਮਤਲਬ ਅੰਤ ਸਮਾਂ ਜਿਹੜਾ ਆ ਗਿਆ ਹੈ, ਸ਼ੁਰੂਆਤ ਹੋ ਚੁੱਕੀ ਉਹਦੀ। ਹਾਲੇਲੂਇਆ। ਰੈਪਚਰ ਹੈ, ਰੈਪਚਰ ਤੋਂ ਬਾਅਦ ਕਸ਼ਟਕਾਲ ਹੈ। ਹਾਲੇਲੂਇਆ। ਇਹ ਚਿੰਨ੍ਹ ਹੈ ਖੁਦਾ ਨੇ ਦਿੱਤਾ ਸਾਨੂੰ। ਪ੍ਰਭੂ ਦਾ ਨਾਮ ਮੁਬਾਰਕ ਹੋਵੇ। ਇਸ ਕਰਕੇ ਖੁਦਾ ਦੇ ਲੋਕ ਸੁੱਤੇ ਨਹੀਂ ਰਹਿੰਦੇ, ਜਾਗਦੇ ਰਹਿੰਦੇ ਹਨ। ਉਹ ਕਹਿੰਦੇ ਹਮੇਸ਼ਾ ਕੀ ਕਰੋ? ਪੌਲੁਸ ਨੇ ਕਿਹਾ ਜਾਗਦੇ ਰਹੋ, ਨਿਤ ਪ੍ਰਾਰਥਨਾ ਕਰਦੇ ਰਹੋ। ਕਿਉਂਕਿ ਦਾਨੀਏਲ ਨੂੰ ਪਤਾ ਲੱਗ ਗਿਆ ਜਦੋਂ 68 ਸਾਲ ਹੋ ਚੁੱਕੇ ਹਨ, 2 ਸਾਲ ਰਹਿ ਗਏ ਹਨ। ਉਹ ਦੁਆ ਦੇ ਪ੍ਰਾਰਥਨਾ 'ਚ ਕਿੰਨੇ ਸਾਲ ਰਹਿ ਗਏ ਹਨ? 2 ਸਾਲ। 68 ਸਾਲ ਹੋ ਗਏ। प्रभु का नाम मुबारक हो जो। आमीन। खड़े हो।
सब खड़े हो जावांगे खुदा धन्यवाद हो खुदा का धन्यवाद हो प्रभु यीशु मसीह धन्यवाद करते समा नज़दीक है पिता तेरा धन्यवाद करता होली स्पिरिट तू कृपा कर महान पिता तेरे बच्चों ने खुदावन तेरे अज भोजन को खाधा है ये भोजन वो है जरा यीशु मसीह तू आप देना है जिदा तू इसराइल को दिता खुदावन अज अपनी दुल्हन को दे रहा प्रभु तेरा नाम मुबारक होवे ये सब तेरी देह है खुदावन अज तेरी हजूरी दे तेरी देह खड़ी है वो खुदावन सारा तेरा शरीर है खुदावन अज तू उतर खुदावन उतर के अपने शरीर में जुड़ जा और एक स्पर्श कर वो सारिया त्रुटियां खत्म कर दे खुदावन यीशु के नाम हर एक त्रुटि खत्म हो जाए हर एक दर्द खुदावन यीशु मसीह तेरे नाम से जाती रहे शकीना तेरा धन्यवाद एक स्पर्श कर सब चमड़ी रोग खत्म यीशु मसीह के नाम हर कैंसर खत्म हो जाए हर एक दर्द खुदावन यीशु मसीह तेरे नाम से जाती रहे हर एक तरंग खुदावन यीशु मसीह तेरे नाम से खत्म हो जाए शकीना तेरा धन्यवाद करते हैं तू एक स्पर्श कर महान परमेश्वर तू अपने अंगां नूं नरोया कर अपने अंगां नूं ताकतवर बना दे अपने अंगां दे विचों सारियां त्रुटियां कमजोरियां नूं दूर कर दे जो बैरी ने दिमागां नूं फड़िया होए यीशु मसीह तेरे नाम से आजाद हो जान तेरी बढ़ाई होगी खुदावन तेरी बढ़ाई होगी तेरी कृपा होगी तेरा नाम महिमा पावे तू अपने बच्चों ने संग रहा हौली स्पिरिट तू कृपा कर सारी शुक्र खुदा यीशु मसीह तेरे नाम से खत्म हो जाए हर एक मानगी दा आत्मा यीशु मसीह तेरे नाम से जाता रहे तेरे बच्चे जो घरों नूं जान सारे नरोए हो जान ओ खुदावन हकीकत में आ जान बदल जान यीशु मसीह के नाम सब बदल जान तेरी बढ़ाई होगी खुदावन हर का अपनी अपनी सीट नूं संभाल के रखे अपनी निश्चा नूं संभाल के रखे तेरी बढ़ाई होवे खुदावन तेरे धन्यवाद करते हैं तेरे बच्चे आज तेरे अंग हैं तेरी देह हैं तेरे विच रह के उन्होंने आनंद लिया है तू सब बहुत बरकत दे ताकत दे खुदावन जिस तरह शरीरक काम लई संघर्ष करीदा है आत्मा दे वास्ते भी खुदावन तेरे तक जान ले भी असी हर एक संघर्ष चों निकल सकीए वो तेरे तक पहुंच सकीए मेरे खुदा तू कृपा कर सब दे कमां च बरकत दे सब दे प्रभु जीवनां नूं बदल दे हालेलुया शकीना तू सब दे उत्ते रहम कर शकीना एक नूं टच कर हालेलुया खुदावन सब लोग तेरे प्यार नूं समझ सकन तेनू चाक के देख सकन तेरी बढ़ाई होगी खुदावन तेरे नाम का चंगा उच्चा खुदावन यीशु मसीह के नाम च मंगदे हालेलुया।